ਮੋਦੀ ਦੀ ਕਾਰਕਰਨੀ। ਭਾਈ ਬਾਲੇ ਨੇ ਅੱਗੇ ਦੱਸਿਆ, ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਭੈਣ ਨਾਨਕੀ ਜੀ ਪਾਸ ਗੁਰੂ ਨਾਨਕ ਜੀ ਕੁਝ ਸਮਾਂ ਬੜੇ ਆਨੰਦ ਨਾਲ ਵਿਹਲੇ ਹੀ ਵਿਚਰਦੇ ਰਹੇ। ਇੱਕ ਦਿਨ ਆਪ ਜੀ ਨੇ ਬੀਬੀ ਨਾਨਕੀ ਜੀ ਤੇ ਭਾਈਆ ਜੈ ਰਾਮ ਜੀ ਨੂੰ ਆਖਿਆ ਕਿ ਜਿਹੜਾ ਕੰਮ ਤੁਹਾਨੂੰ ਚੰਗਾ ਲੱਗੇ ਉਹ ਮੈਨੂੰ ਕਰਨ ਵਾਸਤੇ ਦੱਸ ਦਿਓ, ਜੇ ਇਸ ਦੇ ਪਰਚੇ ਵਿੱਚ ਸਮਾਂ ਬੀਤ ਜਾਵੇ। ਗੁਰੂ ਜੀ ਪਾਸੋਂ ਇਹ ਗੱਲ ਸੁਣ ਕੇ ਜੈ ਰਾਮ ਜੀ ਨੇ ਆਖਿਆ ਕਿ ਜੇਕਰ ਤੁਸੀਂ ਨਵਾਬ ਦੇ ਮੋਦੀਖਾਨੇ ਦਾ ਕੰਮ ਕਰ ਸਕੋ ਤਾਂ ਉਸ ਵਾਸਤੇ ਮੈਂ ਅੱਜ ਨਵਾਬ ਤੋਂ ਆਗਿਆ ਲੈ ਦਿੰਦਾ ਹਾਂ। ਗੁਰੂ ਜੀ ਨੇ ਆਖਿਆ, ਭਾਈਆ ਜੀ ਸਭ ਕਾਰ ਨਿਰੰਕਾਰ ਆਪੇ ਹੀ ਨਿਭਾਏਗਾ, ਤੁਸੀਂ ਕੋਈ ਚਿੰਤਾ ਨਾ ਕਰੋ। ਇਹ ਗੱਲ ਸੁਣ ਕੇ ਜੈ ਰਾਮ ਜੀ ਗੁਰੂ ਨਾਨਕ ਜੀ ਨੂੰ ਨਵਾਬ ਦੌਲਤ ਖਾਂ ਪਾਸ ਲੈ ਗਏ ਅਤੇ ਮੋਦੀਖਾਨੇ ਦੀ ਕਾਰ ਦਾ ਕੰਮ ਸੌਂਪਣ ਵਾਸਤੇ ਆਖਿਆ। ਨਵਾਬ ਨੇ ਆਪ ਜੀ ਦੇ ਚਿਹਨ ਚੱਕਰ ਵੇਖ ਕੇ ਬੜੀ ਪ੍ਰਸੰਨਤਾ ਨਾਲ ਪ੍ਰਵਾਨ ਕਰਕੇ ਆਪ ਜੀ ਨੂੰ 1000 ਰੁਪਇਆ ਮੋਦੀਖਾਨੇ ਵਾਸਤੇ ਅਤੇ ਇੱਕ ਪੁਸ਼ਾਕ ਸਿਰੋਂ ਪਾਓ ਵਜੋਂ ਦੇ ਕੇ ਮੋਦੀਖਾਨੇ ਦਾ ਕੰਮ ਸੌਂਪ ਦਿੱਤਾ। ਦੂਸਰੇ ਦਿਨ ਗੁਰੂ ਜੀ ਨੇ ਉਸ 1000 ਰੁਪਏ ਦਾ ਸੌਦਾ ਖਰੀਦ ਕੇ ਮੋਦੀਖਾਨੇ ਦਾ ਕੰਮ ਆਰੰਭ ਦਿੱਤਾ। ਗੁਰੂ ਜੀ ਦੀ ਨੂਰਾਨੀ ਚਮਕ ਦਮਕ ਦਾ ਸਦਕਾ ਮੋਦੀਖਾਨੇ ਅੱਗੇ ਸਵੇਰ ਤੋਂ ਸ਼ਾਮ ਤੱਕ ਸੌਦਾ ਲੈਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ। ਜਦ ਇਸ ਤਰ੍ਹਾਂ ਦੁਕਾਨ ਦੀ ਵਟਕ ਚੰਗੀ ਹੁੰਦੀ ਰਹੀ ਤੇ ਕੁਝ ਸਮਾਂ ਬੀਤ ਗਿਆ ਤਾਂ ਇੱਕ ਦਿਨ ਬੀਬੀ ਨਾਨਕੀ ਜੀ ਨੇ ਭਾਈ ਜੈ ਰਾਮ ਜੀ ਨੂੰ ਆਖਿਆ ਕਿ ਹੁਣ ਇਹਨਾਂ ਦਾ ਕੰਮ ਚੱਲ ਪਿਆ ਹੈ, ਇਹਨਾਂ ਦਾ ਵਿਆਹ ਕਰ ਦੇਣਾ ਚਾਹੀਦਾ ਹੈ। ਭਾਈਆ ਜੈ ਰਾਮ ਜੀ ਨੇ ਕਿਹਾ, ਇਸ ਕੰਮ ਵਾਸਤੇ ਕਾਹਲੀ ਨਹੀਂ ਕਰਨੀ ਚਾਹੀਦੀ, ਕੰਮਕਾਰ ਕਰਨ ਲੱਗ ਪਏ ਹਨ, ਵਿਆਹ ਕਿਸੇ ਚੰਗੇ ਘਰ ਹੋ ਜਾਵੇਗਾ। ਭਾਈ ਬਾਲਾ ਕਹਿਣ ਲੱਗਾ, ਹੇ ਗੁਰੂ ਅੰਗਦ ਜੀ, ਇੱਕ ਦਿਨ ਮੈਂ ਗੁਰੂ ਨਾਨਕ ਜੀ ਨੂੰ ਆਖਿਆ, ਚਲੋ ਮਹਾਰਾਜ ਆਪਣੇ ਘਰ ਚੱਲ ਕੇ ਵਾਹੀ ਦਾ ਕੰਮ ਕਰ ਲਵਾਂਗੇ। ਇੱਥੇ ਰੋਜ਼ ਦੀ ਹਰ ਵੇਲੇ ਸਵੇਰ ਤੋਂ ਸ਼ਾਮ ਤੱਕ ਖੱਪ ਰਹਿੰਦੀ ਹੈ, ਇਸ ਖੱਪ ਵਿੱਚੋਂ ਅਸਾਂ ਕੀ ਲੈਣਾ ਹੈ। ਮੇਰੀ ਗੱਲ ਸੁਣ ਕੇ ਗੁਰੂ ਨਾਨਕ ਜੀ ਨੇ ਆਖਿਆ, ਬਾਲਾ ਉਦਾਸ ਨਾ ਹੋ, ਕਰਤਾਰ ਦੇ ਰੰਗ ਦੇਖੀ ਚੱਲ, ਕੁਝ ਦਿਨ ਹੋਰ ਗੁਜ਼ਾਰਨ ਕਰ। ਅਸਾਂ ਕਿਹੜਾ ਇਹੋ ਕੰਮ ਕਰਨਾ ਹੈ, ਅਸਾਂ ਜੋ ਕੁਝ ਕਰਨਾ ਹੈ ਉਹੀ ਕਰਨਾ ਹੈ, ਤੈਨੂੰ ਵੀ ਅਸਾਂ ਆਪਣੇ ਨਾਲ ਰੱਖਣਾ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਮੈਂ 7 ਬਚਨ ਆਖ ਕੇ ਫੇਰ ਆਪਣੇ ਸੌਦੇ ਪੱਤੇ ਦੇ ਕੰਮ ਵਿੱਚ ਲੱਗ ਗਿਆ। ਜਿਉਂ-ਜਿਉਂ ਗੁਰੂ ਜੀ ਦੀ ਕਾਰ ਵਿਹਾਰ ਦੀ ਉਪਮਾ ਹੋਵੇ ਤਿਉਂ-ਤਿਉਂ ਗਾਹਕਾਂ ਦੀ ਅਤੇ ਮੰਗਤਿਆਂ ਦੀ ਭੀੜ ਹੀ ਲੱਗਣ ਲੱਗ ਪਈ। ਗੁਰੂ ਜੀ ਸਭ ਨੂੰ ਸੌਦਾ ਤੋਲ ਕੇ ਦੇਈ ਜਾਵਣ, ਜੇ ਕੋਈ ਸੌਦੇ ਦੇ ਮੁੱਲ ਵਜੋਂ ਕੋਈ ਪੈਸਾ ਟਕਾ ਦੇ ਜਾਵੇ ਤਾਂ ਲੈ ਲੈਂਦੇ, ਨਹੀਂ ਤਾਂ ਕਿਸੇ ਪਾਸੋਂ ਮੰਗਦੇ ਕੁਝ ਨਾ। ਕਈ ਮੰਗਤਿਆਂ ਨੇ ਤਲਵੰਡੀ ਜਾ ਕੇ ਆਪ ਜੀ ਦੀ ਬੜੀ ਉਪਮਾ ਕੀਤੀ, ਜਿਸ ਨੂੰ ਸੁਣ ਕੇ ਰਾਏ ਬੁਲਾਰ ਬੜਾ ਪ੍ਰਸੰਨ ਹੋਇਆ। ਪਰ ਜਦ ਬਾਬਾ ਕਾਲੂ ਜੀ ਨੇ ਇਹ ਸੁਣਿਆ ਕਿ ਮੋਦੀਖਾਨੇ ਦਾ ਕੰਮ ਬਹੁਤ ਚੱਲਿਆ ਹੋਇਆ ਹੈ ਤਾਂ ਵਿਚਾਰ ਕਰਕੇ ਕਿ ਨਾਨਕ ਕਿਤੇ ਇਤਨੀ ਕਮਾਈ ਵਿਅਰਥ ਹੀ ਨਾ ਗਵਾਈ ਜਾਵੇ, ਸੁਲਤਾਨਪੁਰ ਨੂੰ ਚਲੇ ਗਏ। ਜਦ ਪਿਤਾ ਕਾਲੂ ਜੀ ਨੂੰ ਗੁਰੂ ਨਾਨਕ ਜੀ ਨੇ ਆਉਂਦਾ ਵੇਖਿਆ ਤਾਂ ਅੱਗੋਂ ਹੋ ਕੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਮੰਜਾ ਡਾਹ ਕੇ ਉਸ ਦੇ ਉੱਤੇ ਬੜੇ ਸਤਿਕਾਰ ਨਾਲ ਬਿਠਾ ਦਿੱਤਾ। ਹੋਰ ਸੁੱਖ ਸਾਂਦ ਪੁੱਛ ਕੇ ਮਹਿਤਾ ਕਾਲੂ ਜੀ ਨੇ ਪੁੱਛਿਆ ਕਿ ਬੇਟਾ ਜੀ ਸੁਣਾਓ, ਇੰਨੇ ਚਿਰ ਵਿੱਚ ਤੁਸਾਂ ਕਿੰਨੀ ਕੁ ਕਮਾਈ ਕੀਤੀ ਹੈ। ਅੱਗੋਂ ਗੁਰੂ ਜੀ ਨੇ ਕਿਹਾ, ਪਿਤਾ ਜੀ ਜਿਸ ਤਰ੍ਹਾਂ ਆਉਂਦਾ ਹੈ ਉਸੇ ਤਰ੍ਹਾਂ ਚਲਿਆ ਜਾਂਦਾ ਹੈ, ਅਸਾਂ ਕੁਝ ਜਮ੍ਹਾਂ ਨਹੀਂ ਕੀਤਾ। ਕਾਲੂ ਜੀ ਨੇ ਕਿਹਾ, ਜਿਹੜੇ ਸਪੂਤ ਹੁੰਦੇ ਹਨ ਉਹ ਧਨ ਖੱਟ ਕਮਾ ਕੇ ਜਮ੍ਹਾਂ ਕਰਦੇ ਹਨ, ਉਸ ਨਾਲ ਆਪਣੇ ਘਰ ਨੂੰ ਸਵਾਰਦੇ ਤੇ ਉੱਘਾ ਕਰਦੇ ਹਨ, ਪਰ ਤੁਸੀਂ ਇੰਨੀ ਕਮਾਈ ਵਿੱਚੋਂ ਇੱਕ ਕੌਡੀ ਵੀ ਨਹੀਂ ਜੋੜੀ। ਫੇਰ ਮਹਿਤਾ ਜੀ ਮੇਰੇ ਵੱਲ ਵੇਖ ਕੇ ਕਹਿਣ ਲੱਗੇ, ਬਾਲੇ ਤੂੰ ਤਾਂ ਸਿਆਣਾ, ਇਹਨਾਂ ਦੇ ਪਾਸ ਸੀ, ਕੁਝ ਰੁਪਈਆ ਤੈਨੂੰ ਹੀ ਸੰਭਾਲ ਕੇ ਰੱਖ ਲੈਣਾ ਚਾਹੀਦਾ ਸੀ, ਬਹੁਤਾ ਨਹੀਂ ਤਾਂ ਉਹ ਤਾਂ ਜੋੜ ਲੈਂਦੇ ਜਿਹੜਾ ਇਸ ਨੇ ਘਰੋਂ ਮੇਰਾ ਨੁਕਸਾਨ ਕੀਤਾ ਹੋਇਆ ਹੈ। ਮੈਨੂੰ ਤਾਂ ਹੁਣ ਇਹ ਫਿਕਰ ਹੈ ਕਿ ਕੱਲ ਨੂੰ ਜੇ ਇਸ ਦਾ ਵਿਆਹ ਹੋ ਗਿਆ ਤਾਂ ਇਹ ਉਸ ਪਰਾਈ ਧੀ ਨੂੰ ਕੀ ਖੱਟ ਕੇ ਖਵਾਏਗਾ ਜਿਹੜਾ ਇਸ ਦੇ ਲੜ ਲੱਗੇਗੀ। ਇਸ ਤਰ੍ਹਾਂ ਧਨ ਜੋੜਨ ਦੇ ਅਨੇਕਾਂ ਗੁਣ ਕੋਈ ਗੁੱਸੇ ਨਾਲ ਤੇ ਕੋਈ ਪਿਆਰ ਦੀਆਂ ਗੱਲਾਂ ਨਾਲ ਸਮਝਾ ਕੇ ਕਾਲੂ ਜੀ ਆਪਣੇ ਪੁੱਤਰ ਨੂੰ ਲਾਡ ਪਿਆਰ ਕਰਕੇ ਜੈ ਰਾਮ ਦੇ ਘਰ ਚਲੇ ਗਏ। ਜੈਸਾ ਕਿ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਸੋਰਠਾ ਬਹੁਤਾ ਦਿਲਾਸਾ ਦੀਨ ਕਰ ਦੁਲਾਰ ਨਿਜ ਤਨੁਜ ਸੋਂ, ਧਾਮ ਪਿਆਨਾ ਕੀਨ ਜਹਾਂ ਉਤੇ ਜੈ ਰਾਮ ਕੋ, ਲੇਖਾ ਕਰਨਾ ਤੇ ਵਾਧਾ ਨਿਕਲਣਾ। ਬਾਲਾ ਸੰਧੂ ਨੇ ਕਿਹਾ, ਹੇ ਸਤਿਗੁਰੂ, ਮਹਿਤਾ ਕਾਲੂ ਜੀ ਜੈ ਰਾਮ ਦੇ ਘਰ ਜਾ ਕੇ ਬੀਬੀ ਨਾਨਕੀ ਜੀ ਨੂੰ ਬੜੇ ਸਤਿਕਾਰ ਨਾਲ ਮਿਲੇ। ਕੱਪੜੇ ਤੇ ਹੋਰ ਵਸਤ ਜਿਹੜੀ ਬੀਬੀ ਨੂੰ ਦੇਣ ਵਾਸਤੇ ਮਾਤਾ ਤ੍ਰਿਪਤਾ ਜੀ ਨੇ ਦਿੱਤੀ ਸੀ ਉਹ ਉੱਠ ਕੇ ਆਰਾਮ ਨਾਲ ਬੀਬੀ ਜੀ ਨੂੰ ਦੇ ਦਿੱਤੇ। ਇੰਨੇ ਚਿਰ ਨੂੰ ਜੈ ਰਾਮ ਜੀ ਵੀ ਬਾਹਰੋਂ ਆ ਗਏ ਅਤੇ ਕਾਲੂ ਜੀ ਨੂੰ ਪ੍ਰਣਾਮ ਕਰਕੇ ਬੈਠ ਕੇ ਇੱਕ ਦੂਜੇ ਦੀ ਕੁਸ਼ਲਤਾ ਪੁੱਛਣ ਲੱਗੇ। ਕਾਲੂ ਜੀ ਨੇ ਬੜੀ ਉਤਾਵਲੀ ਨਾਲ ਕਿਹਾ, ਜੈ ਰਾਮ ਜੀ, ਮੇਰਾ ਪੁੱਤਰ ਨਾਨਕ ਤੁਹਾਡੇ ਪਾਸ ਆਇਆ ਹੋਇਆ ਹੈ,
तुसां उस नूं कुछ नहीं समझाया। उस ने घर उजाड़न वाले ही काम फड़े हुए ਹਨ। तुसां उस नूं क्यों नहीं पुੱਛਿਆ कि उस दी खट्टी कमाई कित्थे जांदी है। ਕਾਲੂ ਜੀ ਪਾਸੋਂ ਇਹ ਬਚਨ ਸੁਣ ਕੇ ਨਾਨਕੀ ਜੀ ਨੇ ਕਿਹਾ, ਪਿਤਾ ਜੀ ਸੁਣੋ, ਭਰਾ ਜੀ ਕੰਮ ਤੇ ਲੱਗੇ ਹੋਏ ਹਨ। ਇਹ ਤਾਂ ਤੁਸੀਂ ਚੰਗੀ ਤਰ੍ਹਾਂ ਹੀ ਵੇਖ ਲਿਆ ਹੈ। ਇੱਥੇ ਆਣ ਕੇ ਇਸ ਨੇ ਤੁਹਾਡਾ ਕੁਝ ਨਹੀਂ ਗਵਾਇਆ। ਉਹ ਆਪਣੀ ਕਮਾਈ ਹੀ ਸਵਾਰਦਾ ਜਾਂ ਵਿਗਾੜਦਾ ਹੈ। ਭਾਈਆ ਜੈ ਰਾਮ ਬੋਲਿਆ, ਇਸ ਦੀ ਸਗਾਈ ਵੀ ਅੱਜ ਕੱਲ੍ਹ ਹੀ ਹੋ ਜਾਏਗੀ। ਭਾਲ ਕਰ ਰਹੇ ਹਾਂ। ਇਹ ਗੱਲ ਸੁਣ ਕੇ ਬੜੇ ਖੁਸ਼ ਹੋਏ ਅਤੇ ਆਖਿਆ ਕਿ ਸੁਣੋ ਜੈ ਰਾਮ ਜੀ, ਕੋਈ ਚੰਗਾ ਧਨਾੜ ਖੱਤਰੀ ਵੇਖ ਕੇ ਸਾਕ ਲੈਣਾ। ਜੈ ਰਾਮ ਜੀ ਨੇ ਆਖਿਆ, ਭਾਈਆ ਜੀ, ਮੂਲਾ ਖੱਤਰੀ ਜਾਤ ਦਾ ਚੋਣਾ ਰੰਧਾਵਿਆਂ ਦਾ ਪਟਵਾਰੀ ਹੈ। ਉਸ ਦੀ ਲੜਕੀ ਦਾ ਰਿਸ਼ਤਾ ਆਉਂਦਾ ਹੈ। ਮੈਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰ ਲਈ ਹੈ। ਘਰ ਚੰਗਾ ਹੈ। ਕਾਲੂ ਜੀ ਕਹਿਣ ਲੱਗੇ, ਜੈ ਰਾਮ ਜੀ, ਤੁਹਾਡੀ ਸਾਡੀ ਇੱਕੋ ਪੱਤ ਹੈ। ਜੋ ਕਰੋਗੇ ਚੰਗਾ ਹੀ ਸਮਝ ਕੇ ਕਰੋਗੇ। ਜੈ ਰਾਮ ਜੀ ਨੇ ਕਿਹਾ, ਤੁਸੀਂ ਮੇਰੇ ਪਿਤਾ ਸਮਾਨ ਹੋ। ਇੱਥੇ ਘਰ ਕਰਕੇ ਹੀ ਰਹੋ। ਮੈਂ ਤਲਵੰਡੀ ਤੋਂ ਨਾਨਕੀ ਜੀ ਦੀ ਮਾਤਾ ਨੂੰ ਵੀ ਸੱਦ ਲੈਂਦਾ ਹਾਂ। ਮਹਿਤਾ ਕਾਲੂ ਨੇ ਕਿਹਾ, ਨਹੀਂ ਜੈ ਰਾਮ ਜੀ, ਮੇਰਾ ਉੱਥੇ ਤਲਵੰਡੀ ਰਹਿਣਾ ਹੀ ਠੀਕ ਹੈ। ਉੱਥੇ ਮੈਨੂੰ ਬਹੁਤ ਸੁੱਖ ਆਨੰਦ ਹੈ। ਜਦੋਂ ਤੁਸੀਂ ਸਗਾਈ ਕਰੋਗੇ ਮੈਨੂੰ ਸੱਦ ਲੈਣਾ। ਮੈਂ ਸ਼ੀਘਰ ਹੀ ਪਹੁੰਚ ਜਾਵਾਂਗਾ। ਇਹ ਤੁਹਾਨੂੰ ਮੈਂ ਫੇਰ ਪੱਕੀ ਕਰਦਾ ਹਾਂ ਕਿ ਨਾਨਕ ਜੀ ਦਾ ਧਿਆਨ ਰੱਖਣਾ, ਇਹ ਆਪਣੀ ਕਮਾਈ ਗਵਾਈ ਨਾ ਜਾਵੇ। ਬੀਬੀ ਨਾਨਕੀ ਜੀ ਬੋਲੇ, ਪਿਤਾ ਜੀ ਤੁਸੀਂ ਚਿੰਤਾ ਨਾ ਕਰੋ। ਇਹ ਤੁਹਾਡਾ ਕੁਝ ਨਹੀਂ ਗਵਾਉਂਦਾ। ਆਪਣੀ ਖੱਟੀ ਕਮਾਈ ਲੋੜਵੰਦ ਗਰੀਬਾਂ ਨੂੰ ਪੁੰਨ ਦਾਨ ਕਰ ਦੇਵੇ ਤਾਂ ਇਹ ਕੋਈ ਚੋਰੀ ਯਾਰੀ ਨਹੀਂ ਹੈ। ਜੇ ਕੋਈ ਮਾੜਾ ਕੰਮ ਕਰੇ ਤਾਂ ਫਿਰ ਉਸ ਨੂੰ ਹਟਕਾਣਾ ਬਣਦਾ ਹੈ, ਪਰ ਜੇ ਨੇਕ ਧਰਮ ਤੇ ਕਰਮ ਕਰੇ ਤਾਂ ਉਸ ਨੂੰ ਹਟਕਣਾ ਪਾਪ ਹੈ। ਹਾਂ ਪਿਤਾ ਜੀ, ਇੱਕ ਗੱਲ ਦਾ ਮੈਨੂੰ ਵੀ ਫਿਕਰ ਡਰ ਲੱਗਾ ਰਹਿੰਦਾ ਹੈ ਕਿ ਭਰਾਤਾ ਜੀ ਹੱਟੀ ਦਾ ਸੌਦਾ ਵੀ ਗਰੀਬਾਂ ਨੂੰ ਖਵਾਈ ਜਾਂਦੇ ਹਨ। ਹੱਟੀ ਤੇ ਮੁਫਤਖੋਰਾਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਕਰਕੇ ਦੌਲਤ ਖਾਂ ਨਵਾਬ ਤੋਂ ਡਰ ਆਉਂਦਾ ਹੈ ਕਿ ਉਸ ਦੇ ਲੇਖੇ ਵਿੱਚ ਲੱਗੀ ਹੋਈ ਪੂੰਜੀ ਥੁੜ ਨਾ ਜਾਵੇ। ਸਾਨੂੰ ਸਾਰੇ ਲੋਕ ਇਹੀ ਗੱਲਾਂ ਕਰਦੇ ਹਨ ਕਿ ਨਾਨਕ ਜੀ ਲੋਕਾਂ ਨੂੰ ਸੌਦਾ ਖਵਾਈ ਜਾਂਦੇ ਹਨ। ਪਿਤਾ ਜੀ ਤੁਸੀਂ ਬਾਲੇ ਨੂੰ ਸੱਦ ਕੇ ਸਮਝਾ ਦਿਓ। ਬਾਲਾ ਜੀ ਉਹਨਾਂ ਨੂੰ ਸਮਝਾ ਲਵੇਗਾ। ਕਾਲੂ ਜੀ ਨੇ ਬਾਲੇ ਨੂੰ ਸੱਦ ਕੇ ਆਖਿਆ, ਬਾਲੇ ਤੂੰ ਨਾਨਕ ਜੀ ਦਾ ਸਿਆਣਾ ਮਿੱਤਰ ਹੈ। ਮੈਂ ਤੈਨੂੰ ਜਾਣਦਾ ਹਾਂ। ਤੂੰ ਉਹਨਾਂ ਦੀ ਰਖਵਾਲੀ ਕਰ। ਆਪਣੀ ਕਮਾਈ ਵਿਅਰਥ ਨਾ ਸੁੱਟੀ ਜਾਵੇ। ਬਾਲੇ ਨੇ ਕਿਹਾ, ਮਹਿਤਾ ਜੀ, ਮੈਨੂੰ ਤਾਂ ਇੱਕ ਕੌਡੀ ਦਾ ਵੀ ਲਾਲਚ ਨਹੀਂ ਹੈ। ਨਾਨਕ ਜੀ ਪਰਮੇਸ਼ਰ ਦਾ ਰੂਪ ਹਨ। ਉਹਨਾਂ ਦੀ ਸੰਗਤ ਨਾਲ ਪਾਰ ਉਤਾਰਾ ਹੁੰਦਾ ਹੈ। ਜੋ ਮਨ ਵਿੱਚ ਸ਼ਰਧਾ ਨਾਲ ਧਾਰਨ ਕਰੋ ਉਹ ਪੂਰਾ ਹੋ ਜਾਂਦਾ ਹੈ। ਮਹਿਤਾ ਜੀ, ਜੇ ਤੁਹਾਨੂੰ ਧਨ ਜੋੜਨ ਦੀ ਇੱਛਾ ਹੈ ਤਾਂ ਇਹਨਾਂ ਪਾਸ ਹੀ ਰਹੋ। ਮੈਂ ਤਾਂ ਇਹਨਾਂ ਦੀ ਇੱਛਾ ਦੇ ਉਲਟ ਨਹੀਂ ਜਾ ਸਕਦਾ। ਉਹ ਮਾਲਕ ਹਨ ਤੇ ਮੈਂ ਸੇਵਕ ਹਾਂ। ਉਹਨਾਂ ਦੀ ਇੱਛਾ ਦੇ ਵਿਰੁੱਧ ਮੈਂ ਧਨ ਕਿਸ ਤਰ੍ਹਾਂ ਇਕੱਠਾ ਕਰ ਸਕਦਾ ਹਾਂ। ਬਾਲੇ ਦੇ ਇਹ ਉੱਤਰ ਸੁਣ ਕੇ ਜੈ ਰਾਮ ਜੀ ਬੋਲੇ ਕਿ ਮਹਿਤਾ ਜੀ, ਬਾਲੇ ਨੇ ਸੱਚ ਆਖਿਆ ਹੈ। ਇਸ ਦਾ ਕੋਈ ਦੋਸ਼ ਨਹੀਂ ਹੈ। ਜਦ ਨਾਨਕ ਜੀ ਦਾ ਵਿਆਹ ਹੋ ਜਾਵੇਗਾ ਤਾਂ ਫਿਰ ਇਹ ਇਸਤਰੀ ਦੇ ਮੂੰਹ ਕਰਕੇ ਅਜਾਈ ਧਨ ਨਹੀਂ ਗਵਾਵੇਗਾ। ਆਪੇ ਸੰਭਲ ਜਾਣਗੇ। ਬਾਲਾ ਇਹ ਗੱਲਾਂ ਸੁਣ ਕੇ ਨਾਨਕ ਜੀ ਦੇ ਪਾਸ ਹੱਟੀ ਉੱਤੇ ਚਲਿਆ ਗਿਆ। ਉਪਰੰਤ ਕਾਲੂ ਜੀ ਗੁਰੂ ਨਾਨਕ ਜੀ ਨੂੰ ਧਨ ਜੋੜਨ ਦੀ ਸਿੱਖ ਮੱਤ ਦੇ ਕੇ ਦੂਜੇ ਦਿਨ ਤਲਵੰਡੀ ਨੂੰ ਵਿਦਾ ਹੋ ਗਏ। ਪਿੱਛੋਂ ਗੁਰੂ ਨਾਨਕ ਜੀ ਨੇ ਆਪਣਾ ਕੰਮ ਉਸ ਤਰ੍ਹਾਂ ਹੀ ਗਰੀਬਾਂ ਨੂੰ ਵੰਡ ਵੰਡਾਉਣ ਦਾ ਜਾਰੀ ਰੱਖਿਆ। ਜੋ ਪੁਰਸ਼ ਮੰਗੇ ਸਭ ਨੂੰ ਦੇਈ ਜਾਂਦੇ, ਕਿਸੇ ਨੂੰ ਖਾਲੀ ਨਾ ਮੋੜਦੇ। ਜਦ ਇਸ ਤਰ੍ਹਾਂ ਹੀ ਕੁਝ ਸਮਾਂ ਬੀਤ ਗਿਆ ਤਾਂ ਇੱਕ ਦਿਨ ਕਿਸੇ ਚੁਗਲ ਜੈ ਰਾਮ ਨੂੰ ਦੱਸਿਆ ਕਿ ਆਪਣੇ ਸੰਬੰਧੀ ਨੂੰ ਸਮਝਾਓ, ਉਹ ਧਨ ਬਿਰਥਾ ਹੀ ਲੁਟਾਈ ਜਾਂਦਾ ਹੈ। ਤੁਸੀਂ ਜੈ ਰਾਮ ਜੀ ਨਵਾਬ ਦੀ ਆਦਤ ਜਾਣਦੇ ਹੋ, ਬੜੇ ਸਖਤ ਸੁਭਾਅ ਵਾਲਾ ਹੈ। ਚੁਗਲ ਪਾਸੋਂ ਇਹ ਗੱਲਾਂ ਸੁਣ ਕੇ ਜੈ ਰਾਮ ਮਨ ਵਿੱਚ ਬੜਾ ਡਰਿਆ ਅਤੇ ਘਰ ਆਣ ਕੇ ਸਭ ਕੁਝ ਨਾਨਕੀ ਜੀ ਨੂੰ ਦੱਸਿਆ। ਬੀਬੀ ਨਾਨਕੀ ਜੀ ਨੇ ਉਸ ਸਮੇਂ ਹੀ ਤੁਲਸਾ ਦਾਸੀ ਨੂੰ ਭੇਜ ਕੇ ਨਾਨਕ ਜੀ ਨੂੰ ਘਰ ਸੱਦ ਲਿਆ। ਤੁਲਸਾ ਦਾਸੀ ਪਾਸੋਂ ਬੀਬੀ ਜੀ ਦਾ ਸੁਨੇਹਾ ਸੁਣ ਕੇ ਗੁਰੂ ਜੀ ਨੇ ਕਿਹਾ, ਹੇ ਬਾਲਾ, ਇਉਂ ਜਾਪਦਾ ਹੈ ਕਿ ਕਿਸੇ ਨੇ ਸਾਡੀ ਚੁਗਲੀ ਕੀਤੀ ਹੈ, ਜਿਸ ਕਰਕੇ ਭੈਣ ਜੀ ਨੇ ਸਾਨੂੰ ਘਰ ਬੁਲਾਇਆ ਹੈ। ਹੇ ਗੁਰੂ ਅੰਗਦ ਜੀ, ਮੈਂ ਬਾਲੇ ਕਿਹਾ, ਮਹਾਰਾਜ ਜੀ, ਤੁਹਾਡੀ ਚੁਗਲੀ ਕੌਣ ਕਰ ਸਕਦਾ ਹੈ? ਤੁਸੀਂ ਕੋਈ ਮਾੜਾ ਕੰਮ ਨਹੀਂ ਕਰ ਰਹੇ। ਗੁਰੂ ਜੀ ਨੇ ਮੈਨੂੰ ਆਖਿਆ, ਬਾਲਾ, ਹੱਟੀ ਵਿੱਚੋਂ ਕੁਝ ਪਤਾਸੇ ਲੈ ਲਵੋ। ਆਗਿਆ ਅਨੁਸਾਰ ਮੈਂ 2.5 ਸੇਰ ਪਤਾਸੇ ਲੈ ਲਏ ਅਤੇ ਅਸੀਂ ਦੋਵੇਂ, ਮੈਂ ਤੇ ਗੁਰੂ ਨਾਨਕ ਜੀ, ਬੀਬੀ ਪਾਸ ਚਲੇ ਗਏ। ਬੀਬੀ ਜੀ ਨੇ ਉੱਠ ਕੇ ਬੜਾ ਸਤਿਕਾਰ ਕੀਤਾ ਅਤੇ ਸੁੰਦਰ ਮੰਜਾ ਵਿਛਾ ਕੇ ਉਸ ਉੱਪਰ ਬਿਠਾ ਦਿੱਤਾ। ਸਤਿਗੁਰੂ ਜੀ ਬੋਲੇ, ਬੇਬੇ ਜੀ ਦੱਸੋ ਕੀ ਹੁਕਮ ਹੈ? ਬੀਬੀ ਜੀ ਨੇ ਕਿਹਾ, ਵੀਰ ਜੀ, ਤੁਹਾਡੇ ਦਰਸ਼ਨ ਕਰਨ ਨੂੰ ਮਨ ਚਾਹੁੰਦਾ ਸੀ, ਇਸ ਵਾਸਤੇ ਤੁਹਾਨੂੰ ਸੱਦਿਆ ਹੈ।
ਅੱਗੋਂ ਗੁਰੂ ਨਾਨਕ ਜੀ ਨੇ ਕਿਹਾ, ਬੇਬੇ ਜੀ, ਸਾਨੂੰ ਇਉਂ ਜਾਪਦਾ ਹੈ ਕਿ ਤੁਹਾਡੇ ਪਾਸ ਕਿਸੇ ਨੇ ਚੁਗਲੀ ਮਾਰੀ ਹੈ। ਸਾਨੂੰ ਪਹਿਲਾਂ ਹੀ ਸੰਦੇਹ ਹੈ, ਇਸ ਕਰਕੇ ਮੋਦੀਖਾਨੇ ਦਾ ਲੇਖਾ ਅੱਜ ਹੀ ਕਰ ਲੈਣਾ ਚਾਹੀਦਾ ਹੈ। ਬਹੁਤ ਦੇਰ ਤੋਂ ਲੇਖਾ ਨਹੀਂ ਕੀਤਾ ਗਿਆ। ਇਹ ਗੱਲ ਸੁਣ ਕੇ ਜੈ ਰਾਮ ਜੀ ਆਪ ਜੀ ਨੂੰ ਨਾਲ ਲੈ ਕੇ ਦੌਲਤ ਖਾਂ ਦੇ ਮੁਨਸ਼ੀ ਪਾਸ ਆ ਗਏ ਅਤੇ ਗੁਰੂ ਨਾਨਕ ਜੀ ਨੇ ਮੁਨਸ਼ੀ ਨੂੰ ਸਭ ਆਮਦਨ ਖਰਚ ਲਿਖਵਾ ਦਿੱਤੀ। 3.5 ਮਹੀਨੇ ਦਾ ਲੇਖਾ ਕਰਕੇ ਜਦ ਮੁਨਸ਼ੀ ਨੇ ਵਾਧੇ ਘਾਟੇ ਦਾ ਜੋੜ ਕੀਤਾ ਤਾਂ ਗੁਰੂ ਜੀ ਦੇ 135 ਰੁਪਏ ਨਵਾਬ ਵੱਲ ਬਾਕੀ ਨਿਕਲੇ। ਜੈ ਰਾਮ ਜੀ ਬੜੇ ਖੁਸ਼ ਹੋਏ ਅਤੇ ਗੁਰੂ ਜੀ ਨੂੰ ਨਾਲ ਲੈ ਕੇ ਘਰ ਬੀਬੀ ਨਾਨਕੀ ਜੀ ਦੇ ਪਾਸ ਆ ਗਏ। ਤਦ ਬੇਬੇ ਜੀ ਨੇ ਪੁੱਛਿਆ, ਦੱਸੋ ਜੀ, ਲੇਖਾ ਕਿਸ ਤਰ੍ਹਾਂ ਨਿਬੜਿਆ ਹੈ? ਗੁਰੂ ਜੀ ਨੇ ਕਿਹਾ, ਭੈਣ ਜੀ, ਜੀਜਾ ਜੀ ਨੂੰ ਪਤਾ ਹੈ ਲੇਖਾ ਕਿਸ ਤਰ੍ਹਾਂ ਨਿਬੜਿਆ ਹੈ। ਹੁਣ ਆਹ ਫੜੋ ਕੁੰਜੀਆਂ ਅਤੇ ਮੋਦੀਖਾਨਾ ਸੰਭਾਲ ਲਵੋ। ਸਾਡਾ ਇੱਥੇ ਗੁਜ਼ਾਰਾ ਨਹੀਂ ਹੋ ਸਕਦਾ। ਮੇਰੀ ਵੱਲੋਂ ਕਰਤਾਰ ਕਰਤਾਰ ਹੈ। ਇਹ ਆ ਕੇ ਜਦ ਗੁਰੂ ਜੀ ਨੇ ਚੱਲਣ ਦੀ ਤਿਆਰੀ ਕਰ ਲਈ ਤਾਂ ਜੈ ਰਾਮ ਜੀ ਨੇ ਝਟਪਟ ਹੀ ਉੱਠ ਕੇ ਆਪ ਜੀ ਨੂੰ ਬਾਹੋਂ ਫੜ ਲਿਆ ਅਤੇ ਨਾਨਕੀ ਜੀ ਰੋਣ ਲੱਗ ਪਏ ਕਿ ਭਰਾ ਜੀ, ਇਉਂ ਨਾ ਕਰੋ, ਅਸਾਂ ਜਾਣ ਨਹੀਂ ਦੇਣਾ। ਗੁਰੂ ਨਾਨਕ ਜੀ ਭੈਣ ਭਣਵਈਏ ਦੀ ਇਹ ਦਸ਼ਾ ਦੇਖ ਕੇ ਬੜੇ ਦਿਆਲ ਹੋ ਗਏ। ਕਹਿਣ ਲੱਗੇ, ਜੀਜਾ ਜੀ, ਜੇ ਫਿਰ ਘਾਟਾ ਪੈ ਗਿਆ ਤਾਂ ਕੀ ਬਣੇਗਾ? ਬੀਬੀ ਨਾਨਕੀ ਜੀ ਨੇ ਕਿਹਾ, ਵੀਰ ਜੀ, ਤੁਸੀਂ ਕੋਈ ਚਿੰਤਾ ਨਾ ਕਰੋ, ਇੱਥੇ ਹੀ ਰਹੋ ਅਤੇ ਆਪਣਾ ਕੰਮ ਕਰੀ ਚੱਲੋ। ਜੇ ਘਾਟਾ ਪੈ ਗਿਆ ਤਾਂ ਮੈਂ ਪੂਰਾ ਕਰ ਦਿਆਂਗੀ। ਇਸ ਤਰ੍ਹਾਂ ਗੁਰੂ ਨਾਨਕ ਜੀ ਬੇਬੇ ਨਾਨਕੀ ਜੀ ਤੇ ਭਾਈਆ ਜੈ ਰਾਮ ਜੀ ਦੇ ਬਾਰ-ਬਾਰ ਕਹਿਣ ਤੇ ਅਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਪਰਮ ਕਿਰਪਾਲੂ ਹੋ ਕੇ ਉੱਥੇ ਹੀ ਰਹਿਣਾ ਪ੍ਰਵਾਨ ਕਰ ਲਿਆ। ਉਪਰੰਤ ਬੇਬੇ ਜੀ ਤੇ ਭਾਈਆ ਜੈ ਰਾਮ ਜੀ ਨੇ ਮੈਨੂੰ ਆਖਿਆ, ਭਾਈ ਬਾਲਾ, ਅੱਜ ਤੂੰ ਸਾਨੂੰ ਨਵਾਂ ਭਰਾ ਦਿੱਤਾ ਹੈ, ਤੇਰਾ ਧੰਨਵਾਦ ਹੈ। ਜਦ ਨਵਾਬ ਦੌਲਤ ਖਾਂ ਨੂੰ ਇਸ ਲੇਖੇ ਦਾ ਪਤਾ ਲੱਗਾ ਤਾਂ ਉਸਨੇ ਪ੍ਰਸੰਨ ਹੋ ਕੇ 135 ਉਹ ਜਿਹੜੇ ਲੇਖੇ ਤੋਂ ਵਧੇ ਸਨ ਤੇ 1700 ਹੋਰ ਆਪਣੇ ਪਾਸੋਂ ਦੇ ਕੇ ਆਪ ਜੀ ਦਾ ਸਨਮਾਨ ਕੀਤਾ। ਗੁਰੂ ਜੀ ਫੇਰ ਪਹਿਲੇ ਵਾਂਗ ਹੀ ਮੋਦੀ ਦੀ ਕਾਰ ਕਰਨ ਲੱਗ ਪਏ, ਜਿਸ ਨਾਲ ਸਾਰੇ ਹਿੰਦੂ ਤੁਰਕ ਜਿਨ੍ਹਾਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਨ ਪ੍ਰਸੰਨ ਹੋ ਗਏ ਕਿ ਸ਼ੁਕਰ ਹੈ ਆਪ ਜੀ ਨੇ ਫੇਰ ਆਪਣੀ ਕਾਰ ਸੰਭਾਲ ਲਈ ਹੈ। ਸਤਿਗੁਰੂ ਜੀ ਦੀ ਮੰਗਣੀ ਹੋਣੀ। ਬਾਲਾ ਕਹਿਣ ਲੱਗਾ, ਸਤਿਗੁਰੂ ਜੀ, ਇਸ ਤਰ੍ਹਾਂ ਮੋਦੀ ਦੀ ਕਾਰ ਕਰਦਿਆਂ ਕੁਝ ਸਮਾਂ ਚੰਗਾ ਬਤੀਤ ਹੋ ਗਿਆ। ਗੁਰੂ ਜੀ ਹੱਥ ਵਿੱਚ ਤੱਕੜੀ ਫੜ ਕੇ ਹਰ ਇੱਕ ਸਵਾਈ ਚੀਜ਼ ਤੋਲ ਕੇ ਦਿੰਦੇ। ਮੰਗਤੇ ਦੂਰੋਂ ਦੂਰੋਂ ਆਪ ਜੀ ਦੀ ਕੀਰਤੀ ਸੁਣ ਕੇ ਆਉਂਦੇ ਅਤੇ ਮਨ ਭਾਉਂਦੀ ਵਸਤ ਲੈ ਕੇ ਖੁਸ਼ੀ ਨਾਲ ਘਰ ਨੂੰ ਜਾਂਦੇ। ਆਪ ਜੀ ਦੀ ਇਸ ਉਦਾਰਤਾ ਦੀ ਕੀਰਤੀ ਸਾਰੇ ਦੂਰ ਨੇੜੇ ਫੈਲ ਗਈ। ਪੱਖੋ ਕੇ ਰੰਧਾਵੇ ਪਿੰਡ ਦੇ ਮੂਲੇ ਖੱਤਰੀ ਨੇ ਆਪਣਾ ਲਾਗੀ ਭੇਜ ਕੇ ਆਪਣੀ ਪੁੱਤਰੀ ਸੁਲੱਖਣੀ ਜੀ ਦੀ ਸਗਾਈ ਕਰਨ ਵਾਸਤੇ ਆਪ ਜੀ ਨੂੰ ਸੁਲਤਾਨਪੁਰ ਜੈ ਰਾਮ ਜੀ ਦੇ ਘਰ ਸ਼ਗਨ ਭੇਜ ਦਿੱਤਾ। ਸ਼ਗਨ ਲੈ ਕੇ ਲਾਗੀ ਦਾ ਆਉਣਾ ਸੁਣ ਕੇ ਬੇਬੇ ਨਾਨਕੀ ਜੀ ਇਤਨੇ ਖੁਸ਼ ਹੋਏ ਕਿ ਖੁਸ਼ੀ ਅੰਗਾਂ ਵਿੱਚ ਨਾ ਸਮਾਵੇ। ਬੀਬੀ ਜੀ ਤੇ ਜੈ ਰਾਮ ਜੀ ਨੂੰ ਵਧਾਈਆਂ ਦੇਣ ਵਾਸਤੇ ਬਹੁਤ ਇਸਤਰੀ ਪੁਰਸ਼ ਆਉਣ ਲੱਗੇ। ਬੀਬੀ ਜੀ ਨੇ ਸਭ ਨੂੰ ਮਠਿਆਈਆਂ ਵੰਡੀਆਂ। ਇਸਤਰੀਆਂ ਨੇ ਮਿਲ ਕੇ ਖੁਸ਼ੀ ਦੇ ਗੀਤ ਗਾਏ ਅਤੇ ਖੁਸ਼ੀਆਂ ਮਨਾਈਆਂ। ਦੂਜੇ ਦਿਨ ਮਹਿਤਾ ਕਾਲੂ ਜੀ ਨੂੰ ਵੀ ਇਹ ਖੁਸ਼ੀਆਂ ਭਰੀ ਖਬਰ ਤਲਾਉਣ ਇੱਕ ਆਦਮੀ ਭੇਜ ਕੇ ਕਰ ਦਿੱਤੀ ਗਈ। ਮਾਤਾ ਤ੍ਰਿਪਤਾ ਜੀ ਤੇ ਮਹਿਤਾ ਕਾਲੂ ਜੀ ਇਹ ਖਬਰ ਸੁਣ ਕੇ ਬੜੇ ਖੁਸ਼ ਹੋਏ। ਉਹਨਾਂ ਵੀ ਬਹੁਤ ਖੁਸ਼ੀਆਂ ਕੀਤੀਆਂ ਤੇ ਖਬਰ ਲਿਆਉਣ ਵਾਲੇ ਲਾਗੀ ਨੂੰ ਮਿਸ਼ਤਾਨ ਤੇ ਨਗਦੀ ਦੇ ਕੇ ਬਹੁਤ ਖੁਸ਼ ਕੀਤਾ। ਨਗਰ ਤਲਵੰਡੀ ਦੇ ਲੋਕ ਵੀ ਨਾਨਕ ਜੀ ਦੀ ਕੁੜਮਾਈ ਦੀ ਖਬਰ ਸੁਣ ਕੇ ਮਹਿਤਾ ਕਾਲੂ ਜੀ ਦੇ ਘਰ ਵਧਾਈਆਂ ਦੇਣ ਆਏ ਅਤੇ ਸਾਰੇ ਪਿੰਡ ਵਿੱਚ ਮੰਗਲਾਚਾਰ ਹੋਣ ਲੱਗਾ। ਮਾਤਾ ਤ੍ਰਿਪਤਾ ਜੀ ਨੇ ਆਪਣੇ ਪੇਕੇ ਪਰਿਵਾਰ ਨੂੰ ਵੀ ਇਹ ਖਬਰ ਭੇਜ ਦਿੱਤੀ, ਜਿਸ ਨੂੰ ਸੁਣ ਕੇ ਸਤਿਗੁਰੂ ਜੀ ਦੀ ਨਾਨੀ, ਮਾਤਾ ਭਿਰਾਈ, ਨਾਨਾ ਰਾਮਾ ਅਤੇ ਮਾਮਾ ਕ੍ਰਿਸ਼ਨਾ ਵੀ ਆ ਗਏ ਅਤੇ ਸਭ ਪਰਿਵਾਰ ਨੇ ਮਿਲ ਕੇ ਬੜਾ ਭਾਰੀ ਉਤਸਵ ਕੀਤਾ। ਉਪਰੰਤ ਮਹਿਤਾ ਕਾਲੂ ਜੀ ਨੇ ਸਾਰਿਆਂ ਨੂੰ ਆਖਿਆ ਕਿ ਹੁਣ ਦੇਰੀ ਨਾ ਕਰੋ, ਹੁਣ ਸੁਲਤਾਨਪੁਰ ਚੱਲਣੇ ਦੀ ਛੇਤੀ ਤਿਆਰੀ ਕਰੋ। ਇਸ ਤਰ੍ਹਾਂ ਸਭ ਨੇ ਤਿਆਰੀ ਕਰਕੇ ਗੱਡੇ ਜੋੜ ਕੇ ਸਮਾਨ ਰੱਖ ਦਿੱਤਾ ਅਤੇ ਸਾਰੇ ਮਾਮੀ, ਨਾਨਾ, ਨਾਨੀ, ਮਾਤਾ, ਚਾਚਾ, ਚਾਚੀ ਆਦਿ 12 ਇਸਤਰੀ ਪੁਰਸ਼ ਵਿੱਚ ਬੈਠ ਗਏ। ਤੁਰਨ ਤੋਂ ਪਹਿਲਾਂ ਮਹਿਤਾ ਕਾਲੂ ਜੀ ਰਾਏ ਬੁਲਾਰ ਪਾਸ ਗਏ ਅਤੇ ਕਿਹਾ, ਰਾਏ ਜੀ, ਮੇਰੇ ਪੁੱਤਰ ਨਾਨਕ ਜੀ ਦੀ ਸਗਾਈ ਸੁਲਤਾਨਪੁਰ ਆਈ ਹੈ। ਮੈਨੂੰ ਉੱਥੇ ਜੈ ਰਾਮ ਨੇ ਸੱਦਿਆ ਹੈ ਅਤੇ ਅਸੀਂ ਸਾਰਾ ਪਰਿਵਾਰ ਉੱਥੇ ਆਪਣੀ ਮਰਿਆਦਾ ਕਰਨ ਚੱਲੇ ਹਾਂ। ਜੇ ਆਗਿਆ ਦਿਓ ਤਾਂ ਜਾਈਏ। ਮਹਿਤਾ ਕਾਲੂ ਜੀ ਦੀ ਗੱਲ ਸੁਣ ਕੇ ਰਾਏ ਬੁਲਾਰ ਨੇ ਕਿਹਾ, ਨਾਨਕ ਜੀ ਮੇਰੇ ਸੁਆਮੀ ਹਨ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਉਹਨਾਂ ਦੀ ਸਗਾਈ ਕਰਨ ਤੁਸੀਂ ਜਾ ਰਹੇ ਹੋ। ਜਾਓ, ਬੜੀ ਖੁਸ਼ੀ ਨਾਲ ਕਾਰਜ ਕਰੋ, ਖੁਦਾ ਭਲਾ ਕਰੇਗਾ।
ਪਰ ਨਾਨਕ ਜੀ ਨੂੰ ਕੋਈ ਮਾੜਾ ਨਾ ਬੋਲਣਾ। ਰਾਏ ਨੇ ਕਿਹਾ, ਮੇਰੀ ਵੱਲੋਂ ਬਹੁਤ ਪਿਆਰ ਕਰਕੇ ਉਹਨਾਂ ਦੇ ਚਰਨ ਪਰਸ ਨੇ। ਮਹਿਤਾ ਕਾਲੂ ਜੀ ਰਾਏ ਬੁਲਾਰ ਨੂੰ ਬੰਦਗੀ ਕਰਕੇ ਆਪਣੇ ਨਾਲ ਭਾਈ ਮਰਦਾਨੇ ਡੂਮ ਨੂੰ ਲੈ ਕੇ ਗੱਡੇ ਉੱਤੇ ਜਾ ਬੈਠਾ। ਗੱਡਾ ਤੋੜ ਕੇ ਸਾਰਾ ਪਰਿਵਾਰ ਬੜੀਆਂ ਖੁਸ਼ੀਆਂ ਮਨਾਉਂਦਾ ਹੋਇਆ ਸੁਲਤਾਨਪੁਰ ਪਹੁੰਚ ਗਿਆ। ਬੀਬੀ ਨਾਨਕੀ ਜੀ ਸਾਰੇ ਪਰਿਵਾਰ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਮਿਲੇ। ਜਦ ਗੁਰੂ ਨਾਨਕ ਜੀ ਨੂੰ ਮਾਤਾ ਪਿਤਾ ਤੇ ਹੋਰ ਸੰਬੰਧੀਆਂ ਦੇ ਆਉਣ ਦਾ ਪਤਾ ਲੱਗਾ ਤਾਂ ਆਪ ਜੀ ਹੱਟੀ ਤੋਂ ਘਰ ਆ ਗਏ। ਪਹਿਲਾਂ ਆਪ ਜੀ ਨੇ ਪਿਤਾ ਜੀ ਤੇ ਫਿਰ ਮਾਤਾ ਜੀ ਨੂੰ ਮੱਥਾ ਟੇਕਿਆ। ਉਪਰੰਤ ਨਾਨੇ ਨਾਨੀ ਅਤੇ ਮਾਮੇ ਅਤੇ ਚਾਚੇ ਚਾਚੀ ਆਦਿ ਨੂੰ ਯੋਗ ਸਤਿਕਾਰ ਨਾਲ ਪ੍ਰਣਾਮ ਕਰਕੇ ਮਿਲੇ। ਨਾਨੀ ਨਾਨੇ ਨੇ ਆਪ ਜੀ ਦੇ ਸਿਰ ਤੋਂ ਵਾਰਨੇ ਕਰਕੇ 10 ਰੁਪਈਆਂ ਦੇ ਟਕੇ ਮੰਗਤਿਆਂ ਨੂੰ ਦਿੱਤੇ। ਉਪਰੰਤ ਮਾਮੇ ਨੇ 5 ਰੁਪਏ ਸਿਰ ਵਾਰਨਾ ਕਰਕੇ ਦਿੱਤੇ। ਜਦ ਇਸ ਤਰ੍ਹਾਂ ਸ਼ਗਨ ਕਰਕੇ ਬੈਠ ਗਏ ਤਾਂ ਕਾਲੂ ਜੀ ਨੇ ਕਿਹਾ ਕਿ ਪੁੱਤਰ ਜੀ, ਰਾਏ ਬੁਲਾਰ ਤੁਹਾਨੂੰ ਬੜੇ ਪ੍ਰੇਮ ਨਾਲ ਚਰਨ ਬੰਦਨਾ ਕਰਦਾ ਸੀ। ਉਪਰੰਤ ਹੋਰ ਆਨੰਦ ਮੰਗਲਾਚਾਰ ਤੇ ਸੁੱਖ ਸੁਨੇਹੇ ਦੀਆਂ ਗੱਲਾਂ ਕਰਕੇ ਸਾਰੇ ਸਾਕ ਸੰਬੰਧੀ ਬੜੇ ਖੁਸ਼ ਹੁੰਦੇ। ਇੱਕ ਦਿਨ ਵਿਸਰਾਮ ਕਰਕੇ ਰਾਮਾ, ਕ੍ਰਿਸ਼ਨਾ, ਕਾਲੂ ਜੀ ਸਭ ਮਿਲ ਕੇ ਜੈਰਾਮ ਦੇ ਪਿਤਾ ਪਰਮਾਨੰਦ ਜੀ ਨਾਲ ਮੂਲੇ ਦੇ ਘਰ ਜਾਣ ਵਾਸਤੇ ਤੁਰ ਪਏ। ਪਿੰਡ ਤੋਂ ਬਾਹਰ ਠਹਿਰ ਕੇ ਪਰਮਾਨੰਦ ਨੇ ਨਿਧਾ ਬ੍ਰਾਹਮਣ ਨੂੰ ਅੱਗੇ ਭੇਜ ਕੇ ਮੂਲੇ ਨੂੰ ਆਪਣੇ ਆਉਣ ਦੀ ਖਬਰ ਕੀਤੀ ਤਾਂ ਮਹਿਤਾ ਕਾਲੂ ਜੀ ਕੁੜਮਾਈ ਦੀ ਰਸਮ ਪੱਕੀ ਕਰਨ ਲਈ ਆਏ ਹਨ। ਇਹ ਖਬਰ ਸੁਣ ਕੇ ਮੂਲੇ ਨੇ ਨਿਧੇ ਨੂੰ ਕਿਹਾ, ਉਹਨਾਂ ਦਾ ਆਉਣਾ ਮੇਰੇ ਸਿਰ ਮੱਥੇ ਤੇ ਹੈ, ਬੜੀ ਖੁਸ਼ੀ ਨਾਲ ਆ ਜਾਣ, ਮੇਰੇ ਧੰਨ ਭਾਗ ਹਨ। ਇਹ ਆਖ ਕੇ ਮੂਲੇ ਨੇ ਆਪਣੀ ਰਸਮ ਕਰਨ ਵਾਸਤੇ ਸਾਰੀ ਸਮੱਗਰੀ ਬਾਜ਼ਾਰੋਂ ਮੰਗਵਾ ਲਈ। ਇੰਨੇ ਚਿਰ ਤੋਂ ਮਹਿਤਾ ਕਾਲੂ ਜੀ ਸਭ ਸੰਬੰਧੀਆਂ ਸਹਿਤ ਮੂਲੇ ਚੌਣੇ ਦੇ ਘਰ ਪਹੁੰਚ ਗਏ। ਦੋਹਾਂ ਧਿਰਾਂ ਨੇ ਬੈਠ ਕੇ ਵੇਦੀ ਕੁਲ ਦੀ ਰੀਤੀ ਅਨੁਸਾਰ ਕੁੜਮਾਈ ਦੀਆਂ ਰੀਤੀ ਰਸਮਾਂ ਪੂਰੀਆਂ ਕੀਤੀਆਂ। ਜਦ ਇਹ ਕਾਰਜ ਨਿਬੜ ਗਿਆ ਤਾਂ ਪਰਮਾਨੰਦ ਨੇ ਮੂਲੇ ਨੂੰ ਵੱਖਰਿਆਂ ਕਰਕੇ ਆਖਿਆ ਕਿ ਵਰ ਕੰਨਿਆ ਦੀ ਜਵਾਨ ਉਮਰ ਹੈ, ਇਸ ਵਾਸਤੇ ਵਿਆਹ ਦਾ ਦਿਨ ਛੇਤੀ ਹੀ ਨਿਯਤ ਕਰ ਦਿਓ। ਮੂਲੇ ਨੇ ਕਿਹਾ, ਮੈਂ 1 ਸਾਲ ਪਿੱਛੋਂ ਸਾਹਾ ਲਿਖ ਭੇਜਾਂਗਾ, ਪਹਿਲਾਂ ਨਹੀਂ ਹੋ ਸਕਦਾ। ਪਰਮਾਨੰਦ ਜੀ ਇਹ ਉੱਤਰ ਸੁਣ ਕੇ ਚੁੱਪ ਕਰ ਗਏ ਤੇ ਇੱਕ ਦਿਨ ਠਹਿਰ ਕੇ ਸਾਰਾ ਪਰਿਵਾਰ ਵਿਦਿਆ ਹੋ ਕੇ ਸੁਲਤਾਨਪੁਰ ਆ ਗਿਆ। ਜਦ 2-4 ਦਿਨ ਖੁਸ਼ੀਆਂ ਵਿੱਚ ਬੀਤ ਗਏ ਤਾਂ ਮਹਿਤਾ ਕਾਲੂ ਜੀ ਨੇ ਪਰਮਾਨੰਦ ਨੂੰ ਕਿਹਾ, ਮੇਰਾ ਪਟਵਾਰ ਦਾ ਕੰਮ ਪਿੱਛੇ ਹਰਜ ਹੁੰਦਾ ਹੋਵੇਗਾ, ਇਸ ਕਰਕੇ ਹੁਣ ਸਾਡਾ ਛੇਤੀ ਜਾਣਾ ਹੀ ਬਣਦਾ ਹੈ। ਜਦ ਮਰਦਾਨੇ ਨੂੰ ਇਸ ਤਿਆਰੀ ਦਾ ਪਤਾ ਲੱਗਾ ਤਾਂ ਉਹ ਦੌੜਿਆ ਦੌੜਿਆ ਗੁਰੂ ਜੀ ਪਾਸ ਜਾ ਕੇ ਕਹਿਣ ਲੱਗਾ, ਜਜਮਾਨ, ਤੂੰ ਬੜਾ ਦਾਨੀ ਸੁਣੀਂਦਾ ਹੈ, ਮੈਂ ਤੇਰੇ ਘਰ ਦਾ ਡੂਮ ਹਾਂ, ਮੈਨੂੰ ਵੀ ਆਪਣੀ ਕੁੜਮਾਈ ਦੀ ਖੁਸ਼ੀ ਵਿੱਚ ਕੁਝ ਦਾਨ ਕਰ। ਗੁਰੂ ਜੀ ਨੇ ਹੱਸ ਕੇ ਕਿਹਾ, ਮਰਦਾਨਿਆ, ਜੋ ਜੀ ਕੀ ਮੰਗ ਲੈ, ਸਾਨੂੰ ਵੀ ਤੇਰੇ ਗੋਚਰਾ ਕੁਝ ਕੰਮ ਹੈ, ਇਸ ਲਈ ਜੋ ਮੰਗੇਗਾ ਉਹੀ ਦੇਵਾਂਗਾ। ਮਰਦਾਨੇ ਨੇ ਕਿਹਾ, ਜਜਮਾਨ, ਕੋਈ ਬਖਸ਼ਿਸ਼ ਕਰੋ ਜਿਸ ਨਾਲ ਸਾਰੀ ਉਮਰ ਤੁਹਾਡਾ ਜਸ ਗਾਉਂਦਾ ਰਹਾ। ਗੁਰੂ ਜੀ ਨੇ ਕਿਹਾ, ਤੈਨੂੰ ਜੇ ਕੋਈ ਅਸਾਂ ਚੰਗੀ ਚੀਜ਼ ਦਿੱਤੀ ਤਾਂ ਤੂੰ ਉਸ ਦੀ ਕੀਮਤ ਨਹੀਂ ਜਾਣੀ, ਤੇਰਾ ਦਿਲ ਦੁਖੀ ਹੋ ਜਾਏਗਾ। ਮਰਦਾਨੇ ਨੇ ਕਿਹਾ, ਜਜਮਾਨ, ਜਿਸ ਨਾਲ ਮੇਰਾ ਭਲਾ ਹੋਵੇ, ਸੁਖ ਪ੍ਰਾਪਤ ਹੋਵੇ, ਜੇ ਤੁਸੀਂ ਉਹ ਚੀਜ਼ ਦਿਓਗੇ ਤਾਂ ਮੈਂ ਕਿਉਂ ਰੰਜ ਹੋਵਾਂਗਾ। ਗੁਰੂ ਜੀ ਨੇ ਕਿਹਾ, ਮਰਦਾਨਾ, ਤੈਨੂੰ ਅਸਾਂ ਅੱਜ ਰਬਾਬ ਦਾ ਵਜਾਉਣਾ ਦਿੱਤਾ, ਇਹ ਗੁਣ ਦੇ ਨਾਲ ਤੇਰੇ ਮਨ ਦੇ ਸ਼ੌਕ ਤੇ ਕਲੇਸ਼ ਦੂਰ ਹੋਣਗੇ ਤੇ ਮਾਇਆ ਦੇ ਦੋਹਾਂ ਲੋਕਾਂ ਦੇ ਬੰਧਨ ਟੁੱਟ ਜਾਣਗੇ ਅਤੇ ਸਦੀਵੀ ਸੁੱਖ ਦੀ ਪ੍ਰਾਪਤੀ ਹੋਵੇਗੀ। ਆਪ ਜੀ ਦੇ ਇਹ ਬਚਨ ਸੁਣ ਕੇ ਮਰਦਾਨੇ ਹੱਸ ਕੇ ਕਿਹਾ, ਜਜਮਾਨ, ਜਿਸ ਤਰ੍ਹਾਂ ਤੂੰ ਰਾਜੀ, ਮੈਂ ਵੀ ਰਾਜੀ ਹਾਂ, ਪਰ ਹੁਣ ਖਾਣ ਪੀਣ ਵਾਸਤੇ ਵੀ ਕੁਝ ਦਿਓ, ਜਦੋਂ ਰਬਾਬ ਵੱਜੇਗਾ ਤਦੋਂ ਉਸ ਨਾਲ ਵੇਖੀ ਜਾਏਗੀ। ਮਰਦਾਨੇ ਦੀ ਇਹ ਗੱਲ ਸੁਣ ਕੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਤਹਿ ਪੰਜਕ ਲੋਚਨ ਚਾਰੂ, ਗਰ ਜਾਮਾ ਤੇ ਦੀਨ ਉਤਾਰੂ, ਕੇਤਕ ਦਰਬ ਦੇਤ ਭੇ ਸੰਗਾ, ਲੀਏ ਮਰਦਾਨੇ ਸੰਗ ਉਮੰਗਾ। ਅਰਥਾਤ ਗੁਰੂ ਜੀ ਨੇ ਆਪਣੇ ਗਲ ਤੋਂ ਜਾਮਾ ਉਤਾਰ ਕੇ ਅਤੇ ਕੁਝ ਨਕਦੀ ਮਰਦਾਨੇ ਨੂੰ ਦਿੱਤੀ, ਜਿਸ ਨਾਲ ਮਰਦਾਨਾ ਬੜਾ ਖੁਸ਼ ਹੋ ਗਿਆ। ਉਪਰੰਤ ਮਹਿਤਾ ਕਾਲੂ ਜੀ ਸਹਿਤ ਪਰਿਵਾਰ ਦੇ ਤਿਆਰ ਹੋ ਕੇ ਆ ਗਏ ਅਤੇ ਸਤਿਗੁਰੂ ਜੀ ਨੂੰ ਆਪਣੇ ਪਾਸ ਬਿਠਾ ਕੇ ਬੜਾ ਪਿਆਰ ਕੀਤਾ ਅਤੇ ਵਿਆਹ ਵਾਸਤੇ ਧਨ ਜੋੜਨ ਵਾਸਤੇ ਪੱਕੀ ਕੀਤੀ। ਉਪਰੰਤ ਸੁਲਤਾਨਪੁਰ ਤੋਂ ਵਿਦਾ ਹੋ ਕੇ ਹੌਲੀ ਹੌਲੀ ਤਲਵੰਡੀ ਪਹੁੰਚ ਗਏ। ਰਾਏ ਬੁਲਾਰ ਨੂੰ ਸਾਰਾ ਹਾਲ ਸੁਣਾਇਆ, ਜਿਸ ਨੂੰ ਸੁਣ ਕੇ ਰਾਏ ਬੁਲਾਰ ਬੜਾ ਪ੍ਰਸੰਨ ਹੋਇਆ। ਦੂਜੀ ਵਾਰ ਲੇਖਾ ਕਰਦਾ। ਬਾਲਾ ਜੀ ਨੇ ਕਿਹਾ, ਹੇ ਅੰਗਦ ਜੀ, ਗੁਰੂ ਨਾਨਕ ਦੇਵ ਜੀ ਆਪਣੇ ਮੋਦੀਖਾਨੇ ਦਾ ਕੰਮ ਪਹਿਲਾਂ ਦੀ ਤਰ੍ਹਾਂ ਹੀ ਬੜੀ ਉਦਾਰਤਾ ਨਾਲ ਸਵੇਰ ਤੋਂ ਸ਼ਾਮ ਤੱਕ ਕਰਦੇ ਰਹਿੰਦੇ ਅਤੇ ਮੋਦੀਖਾਨੇ ਅੱਗੇ ਮੰਗਤਿਆਂ ਦੀ ਭੀੜ ਲੱਗੀ ਰਹਿੰਦੀ। ਗੁਰੂ ਜੀ ਹਰ ਇੱਕ ਨੂੰ ਸੌਦਾ ਤੋਲ ਤੋਲ ਕੇ ਦੇਈ ਜਾਂਦੇ।
ਜੇ ਕੋਈ ਪੈਸੇ ਦੇ ਜਾਵੇ ਤਾਂ ਲੈ ਲੈਂਦੇ, ਜੇ ਕੋਈ ਨਾ ਦੇਵੇ ਤਾਂ ਮੰਗਦੇ ਨਹੀਂ ਸਨ। ਆਪ ਜੀ ਦੀ ਇਸ ਤਰ੍ਹਾਂ ਦੀ ਬੇਪਰਵਾਹੀ ਵੇਖ ਕੇ ਕਿਸੇ ਨੇ ਨਵਾਬ ਦੇ ਪਾਸ ਚੁਗਲੀ ਕਰ ਦਿੱਤੀ ਕਿ ਤੁਹਾਡਾ ਮੋਦੀ ਸਾਰਾ ਮੋਦੀਖਾਨਾ ਲੁਟਾਈ ਜਾਂਦਾ ਹੈ। ਜੇ ਉਸ ਨੂੰ ਵਰਜਿਆ ਨਾ ਗਿਆ ਤਾਂ ਥੋੜ੍ਹੇ ਚਿਰ ਵਿੱਚ ਹੀ ਮੋਦੀਖਾਨਾ ਖਾਲੀ ਹੋ ਜਾਵੇਗਾ। ਉਹਨਾਂ ਚੁਗਲਾਂ ਨੇ ਹੀ ਜੈ ਰਾਮ ਨੂੰ ਜਾ ਡਰਾਇਆ ਕਿ ਨਵਾਬ ਪਾਸ ਕਿਸੇ ਸ਼ਿਕਾਇਤ ਜਾ ਕੀਤੀ ਹੈ ਕਿ ਗੁਰੂ ਨਾਨਕ ਜੀ ਮੋਦੀਖਾਨਾ ਲੁਟਾਈ ਜਾ ਰਿਹਾ ਹੈ। ਜੇ ਨਵਾਬ ਨੂੰ ਘਾਟਾ ਪੈ ਗਿਆ ਜਾਂ ਉਂਝ ਮੂਲੋਂ ਹੀ ਮੋਦੀਖਾਨਾ ਖਾਲੀ ਹੋ ਗਿਆ ਤਾਂ ਸਭ ਕੁਝ ਪੜਤਾਲ ਤੇ ਘਾਟਾ ਪੂਰਾ ਕਰਨ ਵਾਸਤੇ ਤੁਸੀਂ ਹੀ ਫੜੇ ਜਾਓਗੇ। ਇਸ ਵਾਸਤੇ ਇਹ ਗੱਲ ਅਸਾਂ ਤੁਹਾਡੇ ਭਲੇ ਵਾਸਤੇ ਹੀ ਦੱਸੀ ਹੈ। ਅੱਗੇ ਜਿਵੇਂ ਤੁਹਾਡੀ ਮਰਜ਼ੀ ਹੈ ਕਰਨਾ। ਇਹਨਾਂ ਗੱਲਾਂ ਨੇ ਜੈ ਰਾਮ ਜੀ ਦੇ ਦਿਲ ਤੇ ਪ੍ਰਭਾਵ ਪਾਇਆ, ਜਿਸ ਕਰਕੇ ਉਹ ਬਹੁਤ ਚਿੰਤਾਤੁਰ ਹੋ ਗਏ। ਜੈ ਰਾਮ ਜੀ ਨੇ ਘਰ ਆਣ ਕੇ ਸਾਰੀ ਗੱਲ ਬੀਬੀ ਨਾਨਕੀ ਨੂੰ ਦੱਸੀ, ਜਿਸ ਨੂੰ ਸੁਣ ਕੇ ਬੇਬੇ ਨਾਨਕੀ ਜੀ ਨੇ ਤੁਲਸਾ ਦਾਸੀ ਨੂੰ ਭੇਜ ਕੇ ਗੁਰੂ ਜੀ ਨੂੰ ਘਰ ਬੁਲਾਇਆ। ਘਰ ਆਣ ਕੇ ਜਦ ਗੁਰੂ ਜੀ ਨੇ ਜੈ ਰਾਮ ਜੀ ਨੂੰ ਚਿੰਤਾਵਾਨ ਵੇਖਿਆ ਅਤੇ ਬੀਬੀ ਜੀ ਪਾਸੋਂ ਇਸ ਚਿੰਤਾ ਦੇ ਕੁਝ ਅਨੁਦਾਨ ਵੀ ਸੁਣੇ ਤਾਂ ਆਪ ਜੀ ਨੇ ਬੜੇ ਸਤਿਕਾਰ ਨਾਲ ਕਿਹਾ, ਜੀਜਾ ਜੀ, ਮੋਦੀਖਾਨੇ ਦੇ ਲੇਖੇ ਕੀਤੇ ਨੂੰ ਬਹੁਤ ਸਮਾਂ ਹੋ ਗਿਆ ਹੈ। ਹੁਣ ਨਵਾਬ ਸਾਹਿਬ ਦਾ ਲੇਖਾ ਕਰਨਾ ਚਾਹੀਦਾ ਹੈ। ਆਸ ਹੈ ਸਾਡਾ ਨਵਾਬ ਸਾਹਿਬ ਵੱਲ ਕੁਝ ਬਾਕੀ ਹੀ ਨਿਕਲੇਗਾ। ਗੁਰੂ ਜੀ ਦਾ ਇਹ ਬਚਨ ਸੁਣ ਕੇ ਜੈ ਰਾਮ ਜੀ ਦੇ ਮਨ ਨੂੰ ਬਹੁਤ ਹੌਸਲਾ ਹੋ ਗਿਆ ਤੇ ਉਹ ਉੱਠ ਕੇ ਸ਼ੀਘਰ ਹੀ ਨਵਾਬ ਪਾਸ ਗਿਆ ਅਤੇ ਕਿਹਾ, ਨਵਾਬ ਸਾਹਿਬ, ਤੁਹਾਡਾ ਮੋਦੀ ਹਿਸਾਬ ਕਰਨਾ ਚਾਹੁੰਦਾ ਹੈ ਕਿਉਂਕਿ ਬਹੁਤ ਸਮੇਂ ਤੋਂ ਹਿਸਾਬ ਨਹੀਂ ਕੀਤਾ ਗਿਆ। ਇਸ ਵਾਸਤੇ ਹਿਸਾਬ ਕਰਕੇ ਵਾਧਾ ਘਾਟਾ ਵੇਖਣਾ ਚਾਹੀਦਾ ਹੈ। ਨਵਾਬ ਨੇ ਕਿਹਾ, ਹਾਂ, ਲੇਖਾ ਜ਼ਰੂਰ ਕਰਨਾ ਚਾਹੀਦਾ ਹੈ। ਜੈ ਰਾਮ ਜੀ ਨੇ ਉਸੇ ਸਮੇਂ ਨਿਧੇ ਬ੍ਰਾਹਮਣ ਨੂੰ ਭੇਜ ਕੇ ਗੁਰੂ ਨਾਨਕ ਜੀ ਨੂੰ ਬੁਲਾ ਲਿਆ। ਗੁਰੂ ਜੀ ਵਹੀ ਖਾਤਾ ਲੈ ਕੇ ਨਿਧੇ ਦੇ ਨਾਲ ਨਵਾਬ ਦੀ ਕਚਹਿਰੀ ਚਲੇ ਗਏ। ਆਪ ਜੀ ਨੂੰ ਵੇਖ ਕੇ ਨਵਾਬ ਨੇ ਪੁੱਛਿਆ, ਮੋਦੀ, ਤੇਰਾ ਨਾਮ ਕੀ ਹੈ? ਸਤਿਗੁਰੂ ਜੀ ਨੇ ਕਿਹਾ, ਮੇਰਾ ਨਾਮ ਨਾਨਕ ਨਿਰੰਕਾਰੀ ਹੈ। ਆਪ ਜੀ ਦਾ ਇਹ ਨਾਮ ਸੁਣ ਕੇ ਨਵਾਬ ਨੇ ਜੈ ਰਾਮ ਨੂੰ ਪੁੱਛਿਆ, ਇਸ ਦਾ ਕੀ ਮਤਲਬ ਹੈ? ਮੈਂ ਨਹੀਂ ਸਮਝਿਆ। ਜੈ ਰਾਮ ਨੇ ਫਾਰਸੀ ਵਿੱਚ ਦੱਸਿਆ ਕਿ ਇਸ ਦਾ ਮਤਲਬ ਇਹ ਹੈ ਕਿ ਜਿਸ ਪਰਮੇਸ਼ਰ ਦਾ ਕੋਈ ਚਿਹਨ ਚੱਕਰ ਨਹੀਂ ਹੈ, ਮੈਂ ਉਸ ਦਾ ਬੰਦਾ ਹਾਂ। ਇਹ ਮਤਲਬ ਸੁਣ ਕੇ ਨਵਾਬ ਹੱਸ ਕੇ ਕਹਿਣ ਲੱਗਾ, ਇਸ ਦਾ ਵਿਆਹ ਹੋਇਆ ਹੈ ਕਿ ਨਹੀਂ? ਜੈ ਰਾਮ ਜੀ ਨੇ ਦੱਸਿਆ ਕਿ ਅਜੇ ਸਗਾਈ ਹੀ ਹੋਈ ਹੈ, ਵਿਆਹ ਨਹੀਂ ਹੋਇਆ। ਨਵਾਬ ਨੇ ਵਿਅੰਗ ਨਾਲ ਕਿਹਾ, ਤਾਂ ਹੀ ਪਰਮੇਸ਼ਰ ਦਾ ਬੰਦਾ ਬਣ ਬਹਿੰਦਾ ਹੈ। ਜਦ ਤੱਕ ਘਰ ਵਾਲੀ ਨਾ ਆਵੇ ਤਦ ਤੱਕ ਹੀ ਇਹੋ ਜਿਹੀਆਂ ਗੱਲਾਂ ਆਉਂਦੀਆਂ ਹਨ। ਇਸਤਰੀ ਦਾ ਮੂੰਹ ਵੇਖ ਕੇ ਬੜੇ ਤਪੀਸ਼ਰ ਵੀ ਪਰਮੇਸ਼ਰ ਨੂੰ ਭੁੱਲ ਜਾਂਦੇ ਹਨ। ਨਵਾਬ ਦੀ ਇਸ ਵਿਅੰਗਮਈ ਤਰਕ ਨੂੰ ਸੁਣ ਕੇ ਸਤਿਗੁਰੂ ਸਹਿਜ ਸੁਭਾਅ ਬੋਲੇ, ਜਿਨ ਕੋ ਮਨ ਹਰ ਪ੍ਰੇਮ ਹੈ ਪੂਰਾ, ਨਿਸ ਬਾਸੁਰ ਕਬ ਹੋਏ ਨਾ ਊਰਾ, ਤਿਨਕੇ ਮਨ ਕਿਆ ਨਾਰ ਮਲੀਨੀ, ਭਾਵਤ ਜੋ ਦੁਰਗੰਧ ਹੈ ਪੀਨੀ। ਅਰਥਾਤ ਜਿਹਨਾਂ ਅੰਦਰ ਹਰੀ ਦਾ ਪੂਰਾ ਪ੍ਰੇਮ ਹੁੰਦਾ ਹੈ, ਰਾਤ ਦਿਨ ਕਦੀ ਘਟਣ ਨਹੀਂ ਦਿੰਦੇ। ਉਹਨਾਂ ਦੇ ਮਨ ਵਿੱਚ ਮਲੀਨ ਇਸਤਰੀ ਦਾ ਵਿਚਾਰ ਕਿਸ ਤਰ੍ਹਾਂ ਆ ਸਕਦਾ ਹੈ, ਜਿਹੜਾ ਵਿਸ਼ਟਾ ਆਦਿ ਦੁਰਗੰਧੀ ਨਾਲ ਭਰੀ ਹੁੰਦੀ ਹੈ। ਨਵਾਬ ਨੇ ਕਿਹਾ, ਚੰਗਾ, ਹੁਣ ਮੁਨਸ਼ੀ ਪਾਸ ਬੈਠ ਕੇ ਲੇਖਾ ਕਰ ਲਵੋ। ਨਵਾਬ ਨੇ ਜਾਦੋ ਰਾਏ ਮੁਨਸ਼ੀ ਨੂੰ ਸੱਦ ਕੇ ਕਿਹਾ, ਇਹਨਾਂ ਦਾ ਹਿਸਾਬ ਬੜੀ ਚੰਗੀ ਤਰ੍ਹਾਂ ਕਰਨਾ। ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਕਿ ਤੁਹਾਡਾ ਮੋਦੀਖਾਨਾ ਲੁਟਾਈ ਜਾ ਰਿਹਾ ਹੈ। ਜਾਦੋ ਰਾਏ ਬਹੁਤ ਚੰਗਾ ਹਜ਼ੂਰ ਆਖ ਕੇ ਗੁਰੂ ਜੀ ਨਾਲ ਲੇਖਾ ਕਰਨ ਵਾਸਤੇ ਬੈਠ ਗਿਆ। ਜਦ ਗੁਰੂ ਜੀ ਪਹਿਲਾਂ ਸਾਰੀ ਆਮਦਨ ਲਿਖਾ ਕੇ ਖਰਚ ਲਿਖਵਾਉਣ ਲੱਗੇ ਤਾਂ ਜਾਦੋ ਰਾਏ ਕਈ ਤਰ੍ਹਾਂ ਦੀਆਂ ਨੋਕਾਂ ਟੋਕਾਂ ਕਰਨ ਲੱਗਾ। ਪੂਰੇ 5 ਦਿਨ ਲੇਖਾ ਹੁੰਦਾ ਰਿਹਾ, ਜਿਸ ਦੇ ਅੰਤ ਉੱਤੇ ਗੁਰੂ ਜੀ ਦੇ 321 ਰੁਪਏ ਨਵਾਬ ਵੱਲ ਵੱਧ ਨਿਕਲੇ। ਮੁਨਸ਼ੀ ਜਾਦੋ ਰਾਏ ਬਹੁਤ ਸ਼ਰਮਿੰਦਾ ਹੋਇਆ ਕਿ ਉਸ ਨੂੰ ਲੇਖੇ ਵਿੱਚ ਕੋਈ ਐਸੀ ਚੀਜ਼ ਨਹੀਂ ਮਿਲੀ ਜਿਹੜੀ ਕਿ ਨਵਾਬ ਨੂੰ ਦੱਸ ਕੇ ਉਸ ਤੋਂ ਇਨਾਮ ਅਥਵਾ ਹੋਰ ਪ੍ਰਸ਼ੰਸਾ ਲੈਂਦਾ। ਪਰ ਜੈ ਰਾਮ ਜੀ ਇਹ ਵਾਧਾ ਸੁਣ ਕੇ ਬਹੁਤ ਹੀ ਪ੍ਰਸੰਨ ਹੋਏ। ਉਧਰ ਜਦ ਨਵਾਬ ਨੇ ਮੁਨਸ਼ੀ ਜਾਦੋ ਰਾਏ ਨੂੰ ਪੁੱਛਿਆ ਕਿ ਲੇਖੇ ਵਿੱਚ ਕੋਈ ਫਰਕ ਨਿਕਲਿਆ ਹੈ ਕਿ ਨਹੀਂ, ਤਾਂ ਉਸਨੇ ਬੜੀ ਹੌਲੀ ਜਿਹੀ ਕਿਹਾ, ਫਰਕ ਤੇ ਕੋਈ ਨਹੀਂ ਨਿਕਲਿਆ, ਸਗੋਂ ਮੋਦੀ ਦੇ 321 ਰੁਪਏ ਸਰਕਾਰ ਵੱਲ ਵੱਧ ਨਿਕਲੇ ਹਨ। ਨਵਾਬ ਨੇ ਹੈਰਾਨ ਹੋ ਕੇ ਕਿਹਾ, ਇਹ ਕਿਸ ਤਰ੍ਹਾਂ ਹੋਇਆ? ਮੇਰੇ ਪਾਸ ਤਾਂ ਰੋਜ਼ ਹੀ ਸ਼ਿਕਾਇਤਾਂ ਆਉਂਦੀਆਂ ਸਨ ਕਿ ਮੋਦੀ ਧਨ ਲੁਟਾਈ ਜਾਂਦਾ ਹੈ, ਪਰ ਫੇਰ ਵੀ ਸਰਕਾਰੀ ਹਿਸਾਬ ਪੂਰਾ ਕਰਕੇ ਇਸ ਦੇ ਵਾਧੇ ਨਿਕਲੇ ਹਨ। ਜਾਦੋ ਰਾਏ ਨੇ ਕਿਹਾ, ਨਵਾਬ ਜੀ, ਮੈਂ 5 ਦਿਨ ਬੜਾ ਸੋਧ ਕੇ ਲੇਖਾ ਲਿਖਦਾ ਕਰਦਾ ਰਿਹਾ ਹਾਂ, ਪਰ ਇਹ ਵਾਧਾ ਠੀਕ ਨਿਕਲਿਆ ਹੈ। ਨਵਾਬ ਦੌਲਤ ਖਾਂ ਮੁਨਸ਼ੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਉੱਤੇ ਬੜਾ ਪ੍ਰਸੰਨ ਹੋਇਆ ਅਤੇ ਖਜ਼ਾਨਚੀ ਪਾਸੋਂ 321 ਰੁਪਏ ਅਤੇ 3000 ਹੋਰ ਰੁਪਇਆ ਸੌਦਾ ਪਾਉਣ ਵਾਸਤੇ ਗੁਰੂ ਜੀ ਨੂੰ ਦਿਵਾ ਦਿੱਤਾ। ਭਾਈਆ ਜੈ ਰਾਮ ਜੀ ਤੇ ਗੁਰੂ ਜੀ ਨੇ ਉਸ 3000 ਰੁਪਏ ਦੀਆਂ ਥੈਲੀਆਂ
ਮੈਨੂੰ ਚੁਕਾ ਦਿੱਤੀਆਂ ਤੇ ਮੈਂ ਉਹਨਾਂ ਨੂੰ ਮੋਢੇ ਤੇ ਚੁੱਕ ਕੇ ਬੜੀ ਮੁਸ਼ਕਲ ਨਾਲ ਘਰ ਪਹੁੰਚਿਆ। ਘਰ ਆਣ ਕੇ ਵਾਧੇ ਦਾ 321 ਰੁਪਇਆ ਜੈ ਰਾਮ ਜੀ ਨੇ ਗੁਰੂ ਜੀ ਦੀ ਜਮ੍ਹਾਂ ਕਰ ਲਿਆ ਤੇ 3000 ਰੁਪਏ ਦਾ ਸੌਦਾ ਮੰਗਵਾ ਕੇ ਮੋਦੀਖਾਨੇ ਭੇਜ ਦਿੱਤਾ। ਬੀਬੀ ਨਾਨਕੀ ਜੀ ਨੂੰ ਜਦ ਇਹ ਸਾਰੀ ਗੱਲ ਜੈ ਰਾਮ ਜੀ ਨੇ ਦੱਸੀ ਤਾਂ ਉਹ ਬੜੇ ਹੀ ਪ੍ਰਸੰਨ ਹੋਏ ਅਤੇ ਆਪਣੇ ਵੀਰ ਨਾਨਕ ਜੀ ਦੀ ਬਹੁਤ ਉਪਮਾ ਕਰਨ ਲੱਗੇ। ਬੀਬੀ ਜੀ ਨੇ ਜੈ ਰਾਮ ਜੀ ਨੂੰ ਕਿਹਾ, ਤੁਸੀਂ ਕਦੇ ਵੀ ਕੋਈ ਤੋਖਲਾ ਨਾ ਕਰਿਆ ਕਰੋ। ਇਹ ਰਿੱਧੀਆਂ ਸਿੱਧੀਆਂ ਦੇ ਮਾਲਕ ਹਨ, ਇਹਨਾਂ ਨੂੰ ਧਨ ਦਾ ਕਦੇ ਘਾਟਾ ਨਹੀਂ ਆ ਸਕਦਾ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਦੰਪਤ ਸੰਪਤ ਬਹੁਤ ਪੱਖ, ਸਰਦਾ ਤਰਤ ਵਿਸਾਲ, ਭਰਮ ਕਰਨ ਕੋ ਤਰਕ ਕਰ, ਸੇਵੈ ਚਰਨ ਕਿਰਪਾਲ। ਅਰਥਾਤ ਇਸਤਰੀ ਪਤੀ ਦੋਵੇਂ ਜਣੇ ਬਹੁਤ ਧਨ ਵੇਖ ਕੇ ਗੁਰੂ ਜੀ ਉੱਤੇ ਬਹੁਤ ਸ਼ਰਧਾ ਲੈ ਆਏ ਅਤੇ ਅੱਗੋਂ ਤੋਂ ਭਰਮ ਕਰਨਾ ਛੱਡ ਕੇ ਕਿਰਪਾਲੂ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਨ ਲੱਗ ਪਏ। ਗੁਰੂ ਜੀ ਦੀ ਜੰਝ ਚੜ੍ਹਨੀ। ਭਾਈ ਬਾਲਾ ਜੀ ਨੇ ਕਿਹਾ, ਹੇ ਸੱਚੇ ਪਾਤਸ਼ਾਹ ਜੀ, ਜਦ 1 ਸਾਲ ਸਤਿਗੁਰੂ ਜੀ ਦੀ ਕੁੜਮਾਈ ਹੋਈ ਨੂੰ ਲੰਘ ਗਿਆ ਤਾਂ ਮੂਲਾ ਜੀ ਨੇ ਸਾਹ ਸੁਧਵਾ ਕੇ ਹਾੜ ਸੁਦੀ ਸਪਤਮੀ ਦਾ ਵਿਆਹ ਦਾ ਦਿਨ ਨਿਯਤ ਕਰਕੇ ਸੁਲਤਾਨਪੁਰ ਜੈ ਰਾਮ ਜੀ ਨੂੰ ਲਾਗੀ ਦੇ ਹੱਥ ਸਾਹੇ ਚਿੱਠੀ ਭੇਜ ਦਿੱਤੀ। ਬੀਬੀ ਨਾਨਕੀ ਜੀ ਤੇ ਭਾਈਆ ਜੈ ਰਾਮ ਜੀ ਨੇ ਬੜੀ ਖੁਸ਼ੀ ਮਨਾਈ। ਲਾਗੀ ਦੀ ਬਹੁਤ ਖਾਤਰ ਕਰਕੇ ਉਸ ਨੂੰ ਸਨਮਾਨ ਨਾਲ ਵਿਦਿਆ ਕਰਕੇ ਉਪਰੰਤ ਇੱਕ ਚਿੱਠੀ ਲਿਖ ਕੇ ਉਸ ਨੂੰ ਕੇਸਰ ਲਾ ਕੇ ਮਹਿਤਾ ਕਾਲੂ ਜੀ ਨੂੰ ਲਵੰਡੀ ਲਾਗੀ ਹੱਥ ਭੇਜ ਦਿੱਤੀ। ਮਹਿਤਾ ਕਾਲੂ ਜੀ ਚਿੱਠੀ ਪੜ੍ਹ ਕੇ ਬਹੁਤ ਪ੍ਰਸੰਨ ਹੋਏ ਅਤੇ ਵਿਆਹ ਦੀ ਤਿਆਰੀ ਕਰਨੀ ਆਰੰਭ ਦਿੱਤੀ। ਮਾਤਾ ਤ੍ਰਿਪਤਾ ਜੀ ਨੇ ਆਪਣੇ ਘਰ-ਬਾਰ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਸਜਾਇਆ ਅਤੇ ਮਹੱਲੇ ਦੀਆਂ ਇਸਤਰੀਆਂ ਵੀ ਬੜੇ ਚਾਅ ਨਾਲ ਸੱਜ-ਧੱਜ ਕੇ ਰੰਗ-ਬਰੰਗੇ ਕੱਪੜੇ ਪਾ ਕੇ ਖੁਸ਼ੀ ਦੇ ਗੀਤ ਗਾਉਂਦੀਆਂ ਮਾਤਾ ਜੀ ਨੂੰ ਵਧਾਈਆਂ ਦੇਣ ਆਈਆਂ। ਮਾਤਾ ਜੀ ਨੇ ਆਪਣੀ ਕੁੱਲ ਦੀ ਰੀਤੀ ਅਨੁਸਾਰ ਸਭ ਸ਼ਗਨ ਕੀਤੇ ਅਤੇ ਆਈਆਂ ਇਸਤਰੀਆਂ ਨੂੰ ਮਿਸ਼ਟਾਨ ਵੰਡਿਆ। ਮੰਗਤ ਲੋਕ ਦਰਵਾਜ਼ੇ ਅੱਗੇ ਆਣ ਕੇ ਭਾਂਤ-ਭਾਂਤ ਦੇ ਤੂਤੀਆਂ, ਨਗਾਰੇ, ਢੋਲ ਤੇ ਡੱਫਾਂ ਵਜਾ ਕੇ ਖੁਸ਼ੀਆਂ ਦੀਆਂ ਵਧਾਈਆਂ ਮੰਗਦੇ। ਮਹਿਤਾ ਕਾਲੂ ਜੀ ਨੇ ਸਭ ਨੂੰ ਯਥਾਯੋਗ ਸਤਿਕਾਰ ਨਾਲ ਪਕਵਾਨ ਅਤੇ ਨਕਦੀ ਦੇ ਕੇ ਤੋਰਿਆ। ਵਿਆਹ ਦਾ ਸਾਰਾ ਸਾਮਾਨ ਤਿਆਰ ਕਰਕੇ ਜਦ ਸੁਲਤਾਨਪੁਰ ਨੂੰ ਤੁਰਨ ਦੀ ਤਿਆਰੀ ਹੋ ਗਈ ਤਾਂ ਮਹਿਤਾ ਕਾਲੂ ਜੀ ਨੇ ਰਾਏ ਬੁਲਾਰ ਪਾਸ ਜਾ ਕੇ ਦੱਸਿਆ ਕਿ ਅਸੀਂ ਸਾਰਾ ਪਰਿਵਾਰ ਸ਼੍ਰੀ ਨਾਨਕ ਜੀ ਦਾ ਵਿਆਹ ਸੁਣ ਕੇ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਵਧਾਈ ਦਿੱਤੀ। ਜਿਸ ਦੇ ਉੱਤਰ ਵਿੱਚ ਕਾਲੂ ਜੀ ਨੇ ਕਿਹਾ, ਰਾਏ ਜੀ, ਇਹ ਵਧਾਈਆਂ ਤੁਹਾਡੀਆਂ ਹਨ। ਤੁਹਾਨੂੰ ਵਧਾਈਆਂ ਹੋਣ ਜਿਨ੍ਹਾਂ ਦੇ ਉਪਕਾਰ ਨਾਲ ਇਹ ਕਾਰਜ ਹੋ ਰਹੇ ਹਨ। ਰਾਏ ਬੁਲਾਰ ਨੇ ਕਿਹਾ, ਮਹਿਤਾ ਜੀ, ਖੁਸ਼ੀ-ਖੁਸ਼ੀ ਸਾਰਾ ਵਿਹਾਰ ਕਰਨਾ, ਖੁਦਾ ਤੁਹਾਡੀ ਮਦਦ ਕਰੇਗਾ। ਹੋਰ ਮੇਰੇ ਪਾਸੋਂ ਜਿਸ ਚੀਜ਼ ਦੀ ਲੋੜ ਹੋਵੇ ਲੈ ਜਾਓ। ਕਾਲੂ ਜੀ ਨੇ ਕਿਹਾ, ਰਾਏ ਜੀ, ਜਿਵੇਂ ਆਪ ਦੀ ਇੱਛਾ ਹੋਵੇ। ਰਾਏ ਬੁਲਾਰ ਨੇ ਆਪਣੇ ਰੱਥ, ਪਾਲਕੀ, ਘੋੜੇ ਆਦਿ ਪੂਰੇ ਸਾਜੋ ਸਮਾਨ ਨਾਲ ਸਜੇ ਹੋਏ ਤਿਆਰ ਕਰਕੇ ਤੰਬੂ ਅਤੇ ਕਨਾਤਾਂ ਸਹਿਤ ਕੁਝ ਨਗਦ ਮਾਲ ਜੋਰੋ-ਜੋਰੀ ਕਾਲੂ ਜੀ ਨੂੰ ਦੇ ਦਿੱਤਾ। ਮਹਿਤਾ ਕਾਲੂ ਜੀ ਰਾਏ ਬੁਲਾਰ ਨੂੰ ਨਮਸਕਾਰ ਕਰਕੇ ਆਪਣੇ ਘਰ ਆ ਗਏ। ਆਪਣੀ ਸਾਰੀ ਬਰਾਦਰੀ ਨੂੰ ਜੰਝ ਨਾਲ ਜਾਣ ਵਾਸਤੇ ਸੱਦਾ ਦਿੱਤਾ ਅਤੇ ਆਖਿਆ ਕਿ ਚੰਗੀ ਤਰ੍ਹਾਂ ਸੱਜ-ਵੱਜ ਕੇ ਆਉਣਾ। ਜੰਝ ਪੱਖੋਂ ਕੇ ਰੰਧਾਵੇ ਮੂਲ ਚੰਦ ਪਟਵਾਰੀ ਦੇ ਘਰ ਜਾਣੀ ਹੈ। ਇਸ ਵਿੱਚ ਮੇਰੀ ਹੀ ਨਹੀਂ ਤੁਹਾਡੀ ਸਾਰਿਆਂ ਦੀ ਇੱਜ਼ਤ ਹੈ। ਉਹੀ ਕੰਮ ਕਰਨਾ ਜਿਸ ਨਾਲ ਸਾਡੀ ਸਾਰਿਆਂ ਦੀ ਰਹਿ ਜਾਵੇ। ਢਿੱਲ ਮੱਠ ਨੂੰ ਛੱਡ ਕੇ ਤਿਆਰੀ ਕਰਕੇ ਛੇਤੀ ਪਹੁੰਚ ਜਾਓ। ਮਹਿਤਾ ਕਾਲੂ ਜੀ ਦੇ ਇਸ ਸੱਦੇ ਉੱਤੇ ਸਭ ਮੇਲੀ ਸੋਹਣੇ-ਸੋਹਣੇ ਕੱਪੜੇ ਅਤੇ ਸੋਨੇ ਦੇ ਕੜੇ, ਕੰਠੇ ਅਤੇ ਛਾਪ ਛੱਲੇ ਪਹਿਨ ਕੇ ਵਕਤ ਸਿਰ ਮਹਿਤਾ ਜੀ ਦੇ ਘਰ ਪਹੁੰਚ ਗਏ। ਇਕੱਠੇ ਹੋ ਕੇ ਰੱਥਾਂ, ਘੋੜਿਆਂ, ਗੱਡਿਆਂ ਉੱਤੇ ਸਵਾਰੀ ਕਰਕੇ ਖੁਸ਼ੀਆਂ ਨਾਲ ਸੁਲਤਾਨਪੁਰ ਪਹੁੰਚ ਗਏ। ਜੈ ਰਾਮ ਜੀ ਨੇ ਸਾਰੇ ਪਰਿਵਾਰ ਅਤੇ ਮੇਲੀਆਂ ਸੰਬੰਧੀਆਂ ਦਾ ਬੜੇ ਸਤਿਕਾਰ ਨਾਲ ਇੱਕ ਸੁੰਦਰ ਅਸਥਾਨ ਤੇ ਡੇਰਾ ਕਰਵਾ ਦਿੱਤਾ। ਸਤਿਗੁਰੂ ਨਾਨਕ ਜੀ ਵੀ ਆਪਣੇ ਮਾਤਾ-ਪਿਤਾ ਅਤੇ ਸੰਬੰਧੀਆਂ ਨੂੰ ਬੜੇ ਸਤਿਕਾਰ ਨਾਲ ਮਿਲ ਕੇ ਪ੍ਰਸੰਨ ਹੋਏ। ਜੈ ਰਾਮ ਜੀ ਨੇ ਮੋਦੀਖਾਨੇ ਦੇ ਲੇਖੇ ਦੀ ਸਾਰੀ ਗੱਲ ਮਹਿਤਾ ਕਾਲੂ ਜੀ ਨੂੰ ਦੱਸੀ ਅਤੇ ਗੁਰੂ ਜੀ ਦਾ ਲੇਖੇ ਨਾਲ ਵਧਿਆ ਹੋਇਆ ਸਾਰਾ ਰੁਪਈਆ ਮਹਿਤਾ ਜੀ ਨੂੰ ਦੇ ਦਿੱਤਾ, ਜਿਸ ਨੂੰ ਲੈ ਕੇ ਕਾਲੂ ਜੀ ਬੜੇ ਖੁਸ਼ ਹੋਏ। ਮਹਿਤਾ ਜੀ ਨੇ ਸਾਰੇ ਪਿੰਡ ਦੇ ਇਸਤਰੀ ਮਰਦਾਂ ਨੂੰ ਪੰਗਤਾਂ ਵਿੱਚ ਬਿਠਾ ਕੇ ਨਾਨਾ ਪ੍ਰਕਾਰ ਦੇ ਭੋਜਨ ਛਕਾਏ ਅਤੇ ਜੰਝ ਦੇ ਤੁਰਨ ਦੀ ਤਿਆਰੀ ਕਰ ਲਈ। ਜੈ ਰਾਮ ਜੀ ਦੌਲਤ ਖਾਂ ਪਾਸ ਵਿਆਹ ਦੇ ਸੋਜ ਵਾਸਤੇ ਕੁਝ ਚੀਜ਼ਾਂ ਲੈਣ ਗਏ। ਦੌਲਤ ਖਾਂ ਨੇ ਹਾਥੀ, ਘੋੜੇ, ਊਂਠ ਅਤੇ ਰੱਥ, ਜੰਝ ਦੀ ਸਵਾਰੀ ਵਾਸਤੇ ਤੰਬੂ, ਕਨਾਤਾਂ, ਜੰਝ ਦੇ ਆਰਾਮ ਵਾਸਤੇ ਦੇ ਦਿੱਤੇ। ਸਤਿਗੁਰੂ ਜੀ ਦੇ ਚੜ੍ਹਨ ਵਾਸਤੇ ਇੱਕ ਸੁੰਦਰ ਘੋੜੀ ਬਹੁਮੁੱਲੇ ਸਾਜ਼ਾਂ ਨਾਲ ਸਜਾਈ ਗਈ ਅਤੇ ਗੁਰੂ ਜੀ ਨੂੰ ਉਸ ਉੱਪਰ ਬਿਠਾ ਕੇ ਆਪ ਜੀ ਦੇ ਸਿਰ ਉੱਪਰ ਛਤਰ ਝੁਲਾਇਆ ਗਿਆ।
ਘੋੜੀ ਨੂੰ ਇੱਕ ਸੇਵਾਦਾਰ ਨੇ ਅੱਗੋਂ ਲਗਾਮ ਤੋਂ ਫੜਿਆ ਹੋਇਆ ਸੀ। ਆਪ ਜੀ ਦੇ ਸਿਰ ਉੱਤੇ ਝਿਲਮਿਲ ਕਰਦੀ ਸੁੰਦਰ ਕਲਗੀ ਸੱਜ ਰਹੀ ਸੀ। ਆਪ ਜੀ ਦੇ ਇੱਕ ਪਾਸੇ ਘੋੜ ਸਵਾਰਾਂ ਦੀ ਜੰਝ ਸੀ ਅਤੇ ਦੂਜੇ ਪਾਸੇ ਹਾਥੀ ਸਵਾਰਾਂ ਦੀ ਪੰਕਤੀ ਸੋਭ ਰਹੀ ਸੀ। ਜੰਝ ਦੇ ਅੱਗੇ ਵਾਜੇ ਵੱਜ ਰਹੇ ਸਨ ਅਤੇ ਹੋਰ ਅਨੇਕ ਪ੍ਰਕਾਰ ਦੇ ਢੋਲ ਦਮਾਮੇ ਤੇ ਤੁਰੀਆਂ ਵਜਾਉਣ ਵਾਲੇ ਨਾਲ ਨਾਲ ਖੁਸ਼ੀਆਂ ਮਨਾਉਂਦੇ ਜਾ ਰਹੇ ਸਨ। ਮੈਨੂੰ ਬਾਲੇ ਨੂੰ ਗੁਰੂ ਜੀ ਨੇ ਕੁਝ ਵੱਖਰਾ ਖਰਚ ਦੇ ਕੇ ਆਪਣੀ ਘੋੜੀ ਦੇ ਪਿੱਛੇ ਪਿੱਛੇ ਰਹਿਣ ਵਾਸਤੇ ਆਖਿਆ, ਜਿਸ ਕਰਕੇ ਮੈਂ ਗੁਰੂ ਜੀ ਦੇ ਘੋੜੀ ਦੇ ਪਿੱਛੇ ਉਹਨਾਂ ਦੇ ਨਾਲ ਨਾਲ ਰਹਿੰਦਾ ਸਾਂ। ਜਦ ਸਾਰੀ ਜੰਝ ਬਿਆਸ ਦਰਿਆ ਤੇ ਪਹੁੰਚ ਗਈ ਤਾਂ ਸਭ ਨੇ ਬੇੜੀਆਂ ਵਿੱਚ ਬੈਠ ਕੇ ਦਰਿਆ ਪਾਰ ਕਰਕੇ ਖਡੂਰ ਪਿੰਡ ਵਿੱਚ ਆਣ ਡੇਰਾ ਕੀਤਾ। ਇੱਥੇ ਬੈਠ ਕੇ ਮਹਿਤਾ ਕਾਲੂ ਜੀ ਨੇ ਜਿਹੜਾ ਭੋਜਨ ਤਿਆਰ ਕਰਕੇ ਨਾਲ ਲਿਆਂਦਾ ਹੋਇਆ ਸੀ ਸਭ ਨੂੰ ਵੰਡ ਦਿੱਤਾ। ਸਭ ਨੇ ਰਾਤ ਭਰ ਇੱਥੇ ਵਿਸ਼ਰਾਮ ਕੀਤਾ। ਦੂਜੇ ਦਿਨ ਫਿਰ ਤਿਆਰ ਹੋ ਕੇ ਸਵੇਰੇ ਹੀ ਜੰਝ ਤੁਰ ਪਈ ਅਤੇ 2 ਰਾਤਾਂ ਰਾਹ ਵਿੱਚ ਕੱਟ ਕੇ ਬਟਾਲੇ ਸ਼ਹਿਰ ਤੋਂ 1 ਮੀਲ ਦੂਰ ਡੇਰਾ ਜਾ ਕੀਤਾ। ਜੰਝ ਦਾ ਢੁੱਕਾ ਤੇ ਵਿਆਹ। ਭਾਈ ਬਾਲਾ ਜੀ ਨੇ ਕਿਹਾ, ਗੁਰੂ ਅੰਗਦ ਸਾਹਿਬ ਜੀ ਨਗਰ ਦੇ ਨੇੜੇ ਡੇਰਾ ਕਰਕੇ ਜੈ ਰਾਮ ਜੀ ਨੇ ਮੂਲ ਚੰਦ ਜੀ ਨੂੰ ਜੰਝ ਦੇ ਆਉਣ ਦੀ ਖਬਰ ਭੇਜ ਦਿੱਤੀ। ਮੂਲ ਚੰਦ ਜੀ ਨੇ ਜੰਝ ਦਾ ਸਵਾਗਤ ਕਰਨ ਵਾਸਤੇ ਚੌਧਰੀ ਹਿੱਤੇ ਰੰਧਾਵੇ ਨੂੰ ਆਖਿਆ। ਚੌਧਰੀ ਹਿੱਤੇ ਨੇ ਆਪਣੇ ਪੁੱਤਰ ਅਜੀਤੇ ਨੂੰ ਆਖਿਆ ਕਿ ਮੈਂ ਤਾਂ ਉਮਰ ਵਡੇਰੀ ਕਰਕੇ ਭੱਜ ਦੌੜ ਨਹੀਂ ਕਰ ਸਕਦਾ, ਤੁਸੀਂ ਮੂਲ ਚੰਦ ਦੇ ਨਾਲ ਜਾ ਕੇ ਜੰਝ ਦਾ ਸਵਾਗਤ ਕਰੋ। ਚੌਧਰੀ ਅਜੀਤਾ ਮੂਲ ਚੰਦ ਅਤੇ ਉਸਦੇ ਹੋਰ ਸਾਕ ਸੰਬੰਧੀਆਂ ਨੂੰ ਨਾਲ ਲੈ ਕੇ ਜੰਝ ਨੂੰ ਅੱਗੋਂ ਜਾ ਮਿਲਿਆ। ਇੱਕ ਪਾਸੇ ਮੂਲ ਚੰਦ ਆਪਣੇ ਸੰਬੰਧੀਆਂ ਨੂੰ ਲੈ ਕੇ ਅਤੇ ਦੂਜੇ ਪਾਸੇ ਮਹਿਤਾ ਜੀ ਆਪਣੇ ਜੰਝੀਆਂ ਨੂੰ ਨਾਲ ਲੈ ਕੇ ਆਮੋ ਸਾਹਮਣੇ ਖੜੇ ਹੋ ਗਏ। ਜਦੋਂ ਦੋਹਾਂ ਕੁੜਮਾਂ ਦੀ ਮਿਲਣੀ ਹੋਣ ਲੱਗੀ ਤਾਂ ਵਾਜਿਆਂ, ਨਗਾਰਿਆਂ, ਢੋਲਕੀਆਂ, ਛੈਣਿਆਂ ਅਤੇ ਆਤਿਸ਼ਬਾਜ਼ੀ ਦੇ ਗੋਲੇ ਪਟਾਕੇ ਹਵਾਈਆਂ ਦੀਆਂ ਆਵਾਜ਼ਾਂ ਸੁਣ ਕੇ ਲਾਗੇ ਦੇ ਪਿੰਡਾਂ ਦੇ ਬਹੁਤ ਲੋਕ ਰੌਣਕ ਵੇਖਣ ਵਾਸਤੇ ਆਣ ਇਕੱਠੇ ਹੋਏ। ਜਦ ਜੰਝ ਬਟਾਲੇ ਨਗਰ ਵਿੱਚੋਂ ਟਿਕਾਓ ਵਾਸਤੇ ਲੰਘਣ ਲੱਗੀ ਤਾਂ ਵੇਖਣ ਵਾਲੇ ਇਸਤਰੀ ਮਰਦਾਂ ਤੇ ਬੱਚੇ ਬੁੱਢਿਆਂ ਨਾਲ ਸ਼ਹਿਰ ਦੀਆਂ ਸਭ ਗਲੀਆਂ, ਕੋਠੇ ਤੇ ਬਾਜ਼ਾਰ ਖਚਾ-ਖਚ ਹੋ ਗਏ। ਵੇਖਣ ਵਾਲਿਆਂ ਵਿੱਚੋਂ ਕੋਈ ਲਾੜੇ ਗੁਰੂ ਜੀ ਉੱਤੇ ਫੁੱਲ ਵਰਖਾ ਕਰਦੇ ਸੀ ਅਤੇ ਕੋਈ ਕਿਉੜਾ, ਗੁਲਾਬ ਆਦਿ ਛਿੜਕ ਰਿਹਾ ਸੀ। ਹਰ ਕੋਈ ਗੁਰੂ ਜੀ ਦਾ ਨੂਰਾਨੀ ਚਿਹਰਾ ਤੇ ਫੱਬਤ ਵੇਖ ਕੇ ਵਾਹ ਵਾਹ ਕਰ ਰਿਹਾ ਸੀ। ਇਸ ਤਰ੍ਹਾਂ ਬੜੀ ਸੱਜ ਧੱਜ ਨਾਲ ਬਾਜ਼ਾਰਾਂ ਵਿੱਚੋਂ ਲੰਘ ਕੇ ਜੰਝ ਮੂਲ ਚੰਦ ਦੇ ਘਰ ਪਹੁੰਚ ਗਈ। ਆਪਣੇ ਕੁਲ ਰੀਤੀ ਅਨੁਸਾਰ ਇਹ ਸਮੇਂ ਦੀਆਂ ਰਸਮਾਂ ਪੂਰੀਆਂ ਕਰਕੇ ਜੰਝ ਨੂੰ ਇੱਕ ਸੁੰਦਰ ਜਗ੍ਹਾ ਤੇ ਡੇਰਾ ਕਰ ਦਿੱਤਾ ਗਿਆ। ਸੰਧਿਆ ਸਮੇਂ ਆਤਿਸ਼ਬਾਜ਼ੀ ਤੇ ਹੋਰ ਢੋਲ ਨਫੀਰਿਆਂ ਨਾਲ ਖੂਬ ਰੌਣਕਾਂ ਕਰਕੇ ਜੰਝ ਨੇ ਪ੍ਰਸ਼ਾਦ ਛਕ ਕੇ ਡੇਰੇ ਆਣ ਵਿਸ਼ਰਾਮ ਕੀਤਾ। ਅੰਮ੍ਰਿਤ ਵੇਲੇ ਹੀ ਮੂਲ ਚੰਦ ਜੀ ਨੇ ਲਾਵਾਂ ਕਰਨ ਵਾਸਤੇ ਸੁਨੇਹਾ ਭੇਜ ਦਿੱਤਾ। ਮਹਿਤਾ ਕਾਲੂ ਜੀ ਆਪਣੇ ਸੰਬੰਧੀਆਂ ਸਹਿਤ ਸਤਿਗੁਰੂ ਨਾਨਕ ਜੀ ਨੂੰ ਨਾਲ ਲੈ ਕੇ ਮੂਲ ਚੰਦ ਦੇ ਘਰ ਪਹੁੰਚ ਗਏ। ਇਸ ਤੋਂ ਪਹਿਲਾਂ ਪੰਡਤ ਨੇ ਵੇਦੀ ਹੇਠਾਂ ਚੌਂਕ ਦੇ ਪਾਸ ਬਿਠਾ ਕੇ ਉਹਨਾਂ ਦੇ ਖੱਬੇ ਪਾਸੇ ਮੂਲ ਚੰਦ ਜੀ ਨੇ ਆਪਣੀ ਲੜਕੀ ਨੂੰ ਬਿਠਾ ਦਿੱਤਾ। ਹੋਰ ਤੇਤੇ ਪੁਤੇਤੇ ਸਾਕ ਸੰਬੰਧੀ 4 ਚੁਫੇਰੇ ਬੈਠ ਗਏ। ਜਦ ਪੰਡਤ ਨੇ ਵੇਦ ਮੰਤਰ ਪੜ੍ਹ ਕੇ ਰੀਤੀ ਅਨੁਸਾਰ ਲਾਵਾਂ ਕਰਾ ਕੇ ਵਿਆਹ ਦੀ ਰਸਮ ਸੰਪੂਰਨ ਕਰ ਦਿੱਤੀ ਤਾਂ ਸਭ ਪਾਸਿਆਂ ਤੋਂ ਮਹਿਤਾ ਕਾਲੂ ਜੀ ਤੇ ਮੂਲ ਚੰਦ ਜੀ ਨੂੰ ਵਧਾਈਆਂ ਮਿਲਣ ਲੱਗੀਆਂ। ਖੁਸ਼ੀਆਂ ਨਾਲ ਜੰਝ ਆਪਣੇ ਡੇਰੇ ਚਲੀ ਗਈ। ਡੇਰੇ ਜਾ ਕੇ ਸਭ ਜਾਂਝੀਆਂ ਨੇ ਇਸ਼ਨਾਨ ਕਰਕੇ ਨਵੇਂ ਕੱਪੜੇ ਪਹਿਨ ਕੇ ਆਪਣੇ ਆਪ ਨੂੰ ਸਜਾ ਲਿਆ। ਉਪਰੰਤ ਮੂਲ ਚੰਦ ਜੀ ਵੱਲੋਂ ਪ੍ਰਸ਼ਾਦ ਛਕਣ ਦਾ ਸੱਦਾ ਆ ਗਿਆ। ਸਾਰੇ ਜੰਝੀਆਂ ਨੇ ਲਾੜੇ ਗੁਰੂ ਜੀ ਨੂੰ ਆਪਣੇ ਅੱਗੇ ਲਾ ਲਿਆ ਅਤੇ ਆਪ ਪਿੱਛੇ ਲੱਗ ਕੇ ਵਾਜੇ ਵਜਾਉਂਦੇ ਅਤੇ ਆਤਿਸ਼ਬਾਜ਼ੀਆਂ ਚਲਾਉਂਦੇ ਹੋਏ ਮੂਲ ਚੰਦ ਜੀ ਦੇ ਘਰ ਭੋਜਨ ਅਸਥਾਨ ਤੇ ਜਾ ਬਿਰਾਜੇ। ਜਾਂਝੀਆਂ ਨੂੰ ਰੰਗਾ ਰੰਗ ਦੀਆਂ ਸੁੰਦਰ ਵਿਛਾਈਆਂ ਤੇ ਬਿਠਾ ਕੇ ਨਾਨਾ ਪ੍ਰਕਾਰ ਦੇ ਰਸਦਾਇਕ ਖੱਟੇ ਮਿੱਠੇ ਭੋਜਨਾਂ ਨਾਲ ਨਿਵਾਜਿਆ ਗਿਆ। ਸਭ ਨੇ ਬੜੀ ਪ੍ਰਸੰਨਤਾ ਨਾਲ ਆਪਣੇ ਮਨ ਭਾਉਂਦੇ ਭੋਜਨ ਛਕੇ। ਉਪਰੰਤ ਜੰਝ ਆਪਣੇ ਨਿਵਾਸ ਅਸਥਾਨ ਤੇ ਆ ਗਈ ਅਤੇ ਗੁਰੂ ਜੀ ਨੂੰ ਇਸਤਰੀਆਂ ਨੇ ਆਪਣੀਆਂ ਰੋਹ ਰੀਤਾਂ ਕਰਨ ਵਾਸਤੇ ਘਰ ਹੀ ਬੈਠਾ ਲਿਆ। ਇਸ ਤਰ੍ਹਾਂ ਰਾਤ ਨੂੰ ਵੀ ਮੂਲ ਚੰਦ ਜੀ ਨੇ ਜੰਝ ਨੂੰ ਬਹੁਤ ਚੰਗੇ ਭੋਜਨ ਤੇ ਫਲ ਮੇਵੇ ਆਦਿ ਛਕਾਏ। ਦੂਸਰੇ ਦਿਨ ਮੂਲ ਚੰਦ ਜੀ ਨੇ ਸਵੇਰ ਦਾ ਪ੍ਰਸ਼ਾਦ ਛਕਾ ਕੇ ਗਹਿਣਾ, ਕੱਪੜਾ, ਬਰਤਨ ਅਤੇ ਹੋਰ ਅਨੇਕ ਪਦਾਰਥ ਮਹਿਤਾ ਕਾਲੂ ਜੀ ਦੇ ਸਪੁਰਦ ਕਰਕੇ ਹੱਥ ਜੋੜ ਕੇ ਆਖਿਆ ਕਿ ਮੈਂ ਤੁਹਾਨੂੰ ਕੁਝ ਦੇਣ ਜੋਗਾ ਨਹੀਂ ਹਾਂ। ਮੇਰੀ ਵੱਲੋਂ ਇਹ ਤਿਲ ਫੁੱਲ ਹਾਜ਼ਰ ਹੈ, ਇਸ ਨੂੰ ਪ੍ਰਵਾਨ ਕਰੋ। ਹੋਰ ਮੈਂ ਤੁਹਾਡੀ ਅੰਨ ਜਲ ਦੀ ਸੇਵਾ ਵੀ ਪੂਰੀ ਤਰ੍ਹਾਂ ਨਹੀਂ ਕਰ ਸਕਿਆ, ਉਸ ਦੀ ਮੈਂ ਖਿਮਾ ਮੰਗਦਾ ਹਾਂ।
ਮੂਲ ਚੰਦ ਜੀ ਦੇ ਇਹ ਨਿਮਰਤਾ ਭਰਪੂਰ ਬਚਨ ਸੁਣ ਕੇ ਮਹਿਤਾ ਕਾਲੂ ਜੀ ਬੜੇ ਸਨਮਾਨ ਨਾਲ ਆਖਿਆ, ਚੌਣਾ ਜੀ, ਤੁਸਾਂ ਸਾਡੇ ਘਰ-ਬਾਰ ਭਰ ਦਿੱਤੇ ਹਨ। ਦਿੱਤ ਖੱਟ ਦੇਣ ਵਿੱਚ ਕੋਈ ਊਣਤਾਈ ਨਹੀਂ ਛੱਡੀ। ਸਾਡੇ ਅੰਨ ਜਲ ਦੀ ਸੇਵਾ ਵੀ ਬਹੁਤ ਕੀਤੀ ਹੈ, ਜਿਸ ਦਾ ਮੈਂ ਕਥਨ ਨਹੀਂ ਕਰ ਸਕਦਾ। ਮਹਿਤਾ ਕਾਲੂ ਜੀ ਨੇ ਗਰੀਬਾਂ ਤੇ ਮੰਗਤਿਆਂ ਨੂੰ ਬਹੁਤ ਧਨ ਵੰਡਿਆ, ਜਿਸ ਨਾਲ ਮਹਿਤਾ ਜੀ ਦਾ ਬਹੁਤ ਜਸ ਫੈਲਿਆ। ਉਪਰੰਤ ਜੰਝ ਵਿਦਾ ਹੋ ਕੇ ਸੁਲਤਾਨਪੁਰ ਨੂੰ ਚੱਲ ਪਈ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਅਸ ਵਿਦ ਜਸ ਵਿਸਥਾਰ ਕੈ ਗਮਨੀ ਪੰਥ ਬਰਾਤ, ਕਰਮ ਕਰਮ ਕਰੇ ਨਿਵਾਸ ਜਿਉਂ ਜਿਉਂ ਕੀਨੇ ਮੰਗ ਜਾਤ। ਅਰਥਾਤ ਇਸ ਤਰ੍ਹਾਂ ਜਸ ਫੈਲਾ ਕੇ ਬਰਾਤ ਚੱਲ ਪਈ ਅਤੇ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਆਉਂਦੀ ਵਾਰ ਮੁਕਾਮ ਕੀਤੇ ਸਨ, ਉੱਥੇ ਉੱਥੇ ਹੀ ਕਰਦੀ ਵਾਪਸ ਆ ਰਹੀ ਸੀ।